ਸ਼ੇਰੀ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਮਹਿਮਾਨ ਨੇ। ਜਿਵੇਂ ਤੁਹਾਨੂੰ ਦੱਸਿਆ ਹੋਇਆ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਕੰਟਰੀਬਿਊਟ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਦੀ ਅਵੇਅਰਨੈਸ ਦੇ ਲਈ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਅਤੇ ਇਸੇ ਸਿਲਸਿਲੇ ਦੇ ਵਿੱਚ ਅਸੀਂ ਬੇਨਤੀ ਕੀਤੀ ਸੀ ਸਰੀ ਪੁਲਿਸ ਸਰਵਿਸ ਤੋਂ ਸਾਰਜੈਂਟ ਜੈਕ ਖੋਸਾ ਉਹਨਾਂ ਨੂੰ ਕਿ ਉਹ ਆਇਆ ਕਰਨ ਅਤੇ ਯੂਥ ਨਾਲ ਜਿਹੜੇ ਜੁੜੇ ਹੋਏ ਮਸਲੇ ਨੇ ਉਹ ਸਾਡੇ ਨਾਲ ਜ਼ਰੂਰ ਡਿਸਕਸ ਕਰਿਆ ਕਰਨ। ਪਰਪਜ਼ ਇਹੀ ਹੈ ਕਿ ਜਿਹੜੇ ਮਾਪੇ ਨੇ ਉਹ ਵੀ ਅਵੇਅਰ ਹੋ ਸਕਣ, ਵੱਧ ਤੋਂ ਵੱਧ ਆਪਾਂ ਪੋਜ਼ੀਟਿਵ ਢੰਗ ਦੇ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੀਏ ਅਤੇ ਆਪਾਂ ਸਹੀ ਤਰੀਕੇ ਦੇ ਨਾਲ ਸੁਸਾਇਟੀ ਦੇ ਵਿੱਚ ਕੰਟਰੀਬਿਊਟ ਕਰ ਸਕੀਏ। ਸੋ ਇਨ ਅ ਵੇ ਮੈਂ ਇਸ ਸੈਗਮੈਂਟ ਦਾ ਨਾਮ ਪਿਛਲੇ ਮਹੀਨੇ ਔਨ ਏਅਰ ਕਿਹਾ ਸੀ ਹਾਸੇ ਦੇ ਵਿੱਚ ਕਿ ਜਾਗੋ ਵਿਦ ਜੈਕ ਖੋਸਾ। ਸੋ ਜੈਕ ਖੋਸਾ ਜੀ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਸਵਾਗਤ ਹੈ ਤੁਹਾਡਾ ਇਸ ਸੈਗਮੈਂਟ ਦੇ ਵਿੱਚ ਜਿਸ ਦਾ ਨਾਮ ਹੈ ਜਾਗੋ ਵਿਦ ਜੈਕ। Thank you so much for having me here and for your creativity. ਸੋ ਜੈਕ ਖੋਸਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੁੰਦੀ ਹਾਂ ਕਿ ਸਰੀ ਪੁਲਿਸ ਸਰਵਿਸ ਦੇ ਵਿੱਚ ਅੱਜ ਕੱਲ੍ਹ ਕੀ ਡਿਵੈਲਪਮੈਂਟ ਚੱਲ ਰਹੀ ਹੈ। ਤੁਸੀਂ ਹਰ ਵਾਰ ਕੋਸ਼ਿਸ਼ ਕਰਦੇ ਹੋ ਕਿ ਥੋੜ੍ਹੀ ਜਿਹੀ ਅਪਡੇਟ ਦਿਓ, ਅੱਜ ਵੀ ਅਸੀਂ ਚਾਹਾਂਗੇ। ਥੈਂਕ ਯੂ ਫॉर ਦਿਸ ਓਪਰਚੁਨਿਟੀ। ਇੱਕ ਤਾਂ ਇਹ ਹੈਗਾ ਕਿ ਇਹ ਜ਼ਰੂਰੀ ਆ ਜਿਹੜੀ ਸਮੇਂ ਸਿਰ ਜਾਣਕਾਰੀ ਲੋਕਾਂ ਨੂੰ ਮਿਲਦੀ ਰਹੇ ਕਿ ਲੋਕਲ ਪੁਲਿਸ ਉਹਨਾਂ ਦੀ ਕੀ ਕਰ ਰਹੀ ਹੈ, ਟ੍ਰਾਂਜੈਕਸ਼ਨ ਕਿੱਥੋਂ ਤੱਕ ਪਹੁੰਚੀ ਹੈ। ਸੋ 237 ਆਪਾਂ ਐਕਸਪੀਰੀਅੰਸ ਪੁਲਿਸ ਆਫਿਸਰ ਭਰਤੀ ਕਰ ਲਏ ਨੇ ਹੁਣ ਤੱਕ। 44 ਸਿਵੀਲੀਅਨ ਪੋਜੀਸ਼ਨਸ ਭਰੀਆਂ ਗਈਆਂ, 14 ਰਿਕਰੂਟ ਆਪਣੇ ਟ੍ਰੇਨਿੰਗ 'ਚ ਹੈਗੇ ਆ ਔਰ ਅਗਲੇ 14 ਸਪੋਟਸ ਲਈ ਜਿਹੜੀਆਂ ਐਪਲੀਕੇਸ਼ਨਸ ਹੁਣ ਕਲੋਜ਼ ਹੋ ਚੁੱਕੀਆਂ ਜੀ। ਕਾਫੀ ਭਰਮਾ ਹੁੰਗਾਰਾ ਮਿਲਿਆ ਰਿਕਰੂਟਿੰਗ ਵੱਲੋਂ ਜੀ। ਪਹਿਲੇ ਪੂਲ ਦੇ ਵਿੱਚ ਆਪਣੀਆਂ 500 ਤੋਂ ਉੱਪਰ ਐਪਲੀਕੇਸ਼ਨਸ ਆਈਆਂ ਸੀ, ਹੁਣ 350 ਤੋਂ ਉੱਪਰ ਆਈਆਂ। ਸੋ ਇਟਸ ਗੁੱਡ ਸਾਈਨ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਅਤੇ ਕੁੜੀਆਂ ਇੱਧਰ ਨੂੰ ਆਉਣਾ ਚਾਹੁੰਦੇ ਆ ਹੁਣ। ਅਤੇ ਮੈਂ ਹੋਰ ਵੀ ਕਹਿੰਦਾ ਕਿ ਹੋਰ ਵੀ ਆਓ ਜੀ। ਇੱਥੇ ਪਿਕਸ ਆਰਗੇਨਾਈਜੇਸ਼ਨ ਵੱਲੋਂ ਮੈਗਾ ਫੇਅਰ ਲਾਇਆ ਜਾ ਰਿਹਾ, ਉਹਨਾਂ ਦੀ ਵੈਬਸਾਈਟ 'ਤੇ ਤੁਹਾਨੂੰ ਇਨਫੋਰਮੇਸ਼ਨ ਮਿਲ ਜੂਗੀ। ਉੱਥੇ ਵੀ ਸਾਰੀ ਪੁਲਿਸ ਦੇ ਰਿਕਰੂਟਿੰਗ ਦਾ ਬੂਥ ਲੱਗਣਾ। ਸੋ ਜੇ ਕਿਸੇ ਨੌਜਵਾਨ ਨੂੰ ਜਾਣਕਾਰੀ ਹੋਰ ਚਾਹੀਦੀ ਹੋਵੇ, ਸਾਡੀ ਵੈਬਸਾਈਟ ਤੋਂ ਵੀ ਲੈ ਸਕਦੇ ਆ ਜਾਂ ਉੱਥੇ ਮੇਲੇ 'ਤੇ ਜਾ ਕੇ, ਜੋਬ ਫੇਅਰ 'ਤੇ ਜਾ ਕੇ ਗੱਲਬਾਤ ਕਰ ਸਕਦੇ ਰਿਕਰੂਟਰਸ ਨਾਲ ਜੀ। ਸੋ ਟ੍ਰਾਂਜੈਕਸ਼ਨ ਅੱਗੇ ਵੱਧ ਰਹੀ ਹੈ। ਕਮਿਊਨਿਟੀ ਦਾ ਕਾਫੀ ਭਰਮਾ ਹੁੰਗਾਰਾ ਸਾਨੂੰ ਮਿਲ ਰਿਹਾ। ਕਮਿਊਨਿਟੀ ਇੰਗੇਜਮੈਂਟ ਦੀ ਗੱਲ ਕਰੀਏ ਤਾਂ ਕੈਨੇਡਾ ਡੇ ਇਵੈਂਟ ਹੋਇਆ, ਸੌਕਰ ਗੇਮਸ ਹੋਈਆਂ, ਆਪਣੀਆਂ ਹੁਣ ਜੋ ਵੀ ਕਮਿਊਨਿਟੀ ਇਵੈਂਟਸ ਹੋ ਰਹੇ ਆ। ਸੋ ਅਸੀਂ ਟਰਾਈ ਕਰਦੇ ਹੁੰਦੇ ਵੀ ਸਾਰੀ ਪੁਲਿਸ ਮੈਂਬਰ ਜਿਹੜੇ ਉੱਥੇ ਜਾਣ ਅਤੇ ਲੋਕਾਂ ਦੇ ਵਿੱਚ ਵਿਚਰਨ, ਤਾਂ ਇੱਕ ਤਾਂ ਲੋਕਲ ਇਸ਼ੂਜ਼ ਦਾ ਤੁਹਾਨੂੰ ਪਤਾ ਲੱਗਦਾ, ਇੱਕ ਉਹ ਜਿਹੜਾ ਮੇਲ ਮਿਲਾਪ ਤੁਹਾਡਾ ਵੱਧਦਾ। ਸੋ ਦੈਟ ਵਿਲ ਕੰਟੀਨਿਊ। ਸੋ ਬਾਕੀ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਵੈਬਸਾਈਟ 'ਤੇ ਹੈਗੀ ਆ। ਹਾਂਜੀ, ਹੁਣ ਅਸੀਂ ਆਪਣੀ ਨਿਊਜ਼ ਲੈਟਰ ਵੀ ਕੱਢੀ ਹੈਗੀ ਆ, ਕਮਿਊਨਿਟੀ ਰਿਪੋਰਟ ਵੀ ਕੱਢੀ ਹੈਗੀ ਆ। ਸੋ ਦੀਜ਼ ਆਰ ਗੁੱਡ ਸਟੈਪਸ ਵੀ ਲੋਕਾਂ ਨੂੰ ਐਗਜ਼ੈਕਟਲੀ ਪਤਾ ਲੱਗੇ ਕਿ ਟ੍ਰਾਂਜੈਕਸ਼ਨ ਕਿੱਥੇ ਖੜੀ ਔਰ ਇਹ ਅੱਗੇ ਵੀ ਚੱਲਦੀ ਰਹਿਣੀ ਹੈ ਸਿਲਸਿਲਾ ਜਿਹੜਾ ਇਸ ਤਰ੍ਹਾਂ। ਅਤੇ ਇਹ ਤਾਂ ਸੀ ਸਰੀ ਪੁਲਿਸ ਸਰਵਿਸ ਬਾਰੇ ਜਿਹੜੀ ਅਪਡੇਟ ਇਹਨਾਂ ਨੇ ਦੇ ਦਿੱਤੀ ਹੈ। ਕੋਈ ਵੀ ਡਿਟੇਲ ਦੇ ਵਿੱਚ ਹੋਰ ਜਾਣਕਾਰੀ ਚਾਹੀਦੀ ਹੈ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਵੀ ਜਾ ਸਕਦੇ ਹੋ। ਹੁਣ ਜਿਹੜੀ ਮੈਂ ਗੱਲ ਜਿੱਤੇ ਅੱਜ ਫੋਕਸ ਕਰਨਾ ਚਾਹੁੰਦੇ ਹਾਂ ਅਸੀਂ, ਖਾਸ ਕਰਕੇ ਉਹਦਾ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ। ਬਹੁਤ ਸਮਾਂ ਪਹਿਲਾਂ ਸੁਕਰਾਤ ਨੇ ਕਿਹਾ ਸੀ, ਜਿਹੜਾ ਕਿ ਇੱਕ ਚਿੰਤਕ ਸੀ, ਕਹਿੰਦਾ ਕਿ ਮੈਂ ਕਿਸੇ ਨੂੰ ਕੁਝ ਸਿਖਾ ਨਹੀਂ ਸਕਦਾ, ਮੈਂ ਇੰਨਾ ਕੁ ਜ਼ਰੂਰ ਕਰ ਸਕਦਾ ਕਿ ਕਿਸੇ ਨੂੰ ਕੁਝ ਸੋਚਣ ਲਾ ਸਕਦਾ। ਮੈਨੂੰ ਲੱਗਦਾ ਕਿ ਇਹ ਤਾਕਤ ਸਾਡੇ ਸਾਰਿਆਂ ਦੇ ਵਿੱਚ ਹੁੰਦੀ ਆ। ਅਸੀਂ ਬੇਸ਼ੱਕ ਕਿਸੇ ਨੂੰ ਕੁਝ ਸਿਖਾ ਸਕਦੇ ਹੁੰਦੇ ਜਾਂ ਨਹੀਂ ਸਿਖਾ ਸਕਦੇ ਹੁੰਦੇ, ਘੱਟੋ ਘੱਟ ਸੋਚਣ ਜ਼ਰੂਰ ਆਪਾਂ ਇੱਕ ਦੂਸਰੇ ਨੂੰ ਲਾਉਂਦੇ ਹਾਂ। ਸੋ ਇਸੇ ਕੋਸ਼ਿਸ਼ ਤਹਿਤ ਅੱਜ ਜਿਹੜੀ ਗੱਲਬਾਤ ਰੰਭਣੀ ਹੈ ਉਹ ਵੀ ਸਾਡੇ ਯੂਥ ਬਾਰੇ ਹੀ ਹੈ। ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ, ਬੱਚਿਆਂ ਬਾਰੇ ਅਕਸਰ ਕਹਿੰਦੇ ਹਾਂ ਕਿ ਬੱਚੇ ਫੁੱਲਾਂ ਵਾਂਗ ਹੁੰਦੇ ਆ, ਬੱਚੇ ਕੋਮਲ ਹੁੰਦੇ ਆ, ਪਰ ਅਸੀਂ ਹਮੇਸ਼ਾ ਬੱਚਿਆਂ ਨੂੰ ਫੁੱਲਾਂ ਵਾਂਗ ਰੱਖਦੇ ਹਾਂ। ਰੱਖਣਾ ਤਾਂ ਜ਼ਰੂਰ ਚਾਹੁੰਦੇ ਹਾਂ, ਸਾਡੀ ਮਾਪਿਆਂ ਦੇ ਤੌਰ 'ਤੇ ਇਹ ਇੰਟੈਂਸ਼ਨ ਹੁੰਦੀ ਹੈ। ਪਰ ਇਸ ਚਾਹਤ ਦੇ ਬਾਵਜੂਦ, ਇਸ ਇੰਟੈਂਸ਼ਨ ਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਇਹੋ ਜਿਹੇ ਬੱਚੇ ਨੇ ਜਿਹੜੇ ਬਚਪਨ ਦੇ ਵਿੱਚ, ਜਿਨ੍ਹਾਂ ਦਾ ਬਚਪਨ ਗੁਆਚ ਜਾਂਦਾ ਹੈ, ਉਹ ਪੀੜ ਦੇ ਵਿੱਚੋਂ ਗੁਜ਼ਰਦੇ ਨੇ। ਅੰਗਰੇਜ਼ੀ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਟਰੋਮਾ, ਜਿਹਦੇ ਵਿੱਚ ਬਹੁਤ ਕੁਝ ਆ ਜਾਂਦਾ, ਚਾਹੇ ਅਸੀਂ ਫਿਜ਼ੀਕਲ ਟਰੋਮਾ ਦੀ ਗੱਲ ਕਰਦੇ ਹਾਂ, ਮੈਂਟਲ ਟਰੋਮਾ ਦੀ ਗੱਲ ਕਰਦੇ ਹਾਂ, ਇਮੋਸ਼ਨਲ ਲੈਵਲ ਦੀ ਜਾਂ ਸੈਕਸ਼ੁਅਲ ਲੈਵਲ ਦੀ ਗੱਲ ਕਰਦੇ ਹਾਂ। ਇਹ ਅੱਜ ਵੀ ਜਿਹੜਾ ਸ਼ਬਦ ਹੈ, ਮੈਂ ਇਹ ਟਰੋਮਾ ਯੂਜ਼ ਕਰੂੰਗੀ। ਮੈਨੂੰ ਲੱਗਦਾ ਹੁਣ ਸਾਰਿਆਂ ਨੂੰ ਪਤਾ ਕਿ ਟਰੋਮਾ ਦੇ ਤਹਿਤ ਕੀ ਆਉਂਦਾ ਹੈ। ਪੰਜਾਬੀ ਦੇ ਵਿੱਚ ਬਹੁਤ ਸਾਰੇ ਸਾਡੇ ਕੋਲ ਸ਼ਬਦ ਹੈਗੇ ਆ, ਪੀੜ ਆ, ਅਸੀਂ ਸਦਮਾ ਕਹਿੰਦੇ ਹਾਂ, ਅਸੀਂ ਤਕਲੀਫ ਕਹਿੰਦੇ ਹਾਂ, ਪਰ ਸਟਿਲ ਅੱਜ ਜਿਹੜਾ ਸ਼ਬਦ ਟਰੋਮਾ ਹੈ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼ਾਮਿਲ ਕਰਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਕਈ ਵਾਰੀ ਅਣਜਾਣੇ ਵਿੱਚ ਵੀ ਟਰੋਮਾ ਦੇ ਦਿੰਦੇ ਹਾਂ, ਸਾਨੂੰ ਨਹੀਂ ਪਤਾ ਹੁੰਦਾ। ਅੱਜ ਸਾਰਜੈਂਟ ਜੈਕ ਖੋਸਾ ਉਹਨਾਂ ਦੇ ਨਾਲ ਇਸੇ ਸਿਲਸਿਲੇ 'ਚ ਗੱਲਬਾਤ ਮੈਂ ਕਰਨਾ ਚਾਹਾਂਗੀ। ਸੋ ਕਿੱਥੋਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ? ਜਦੋਂ ਆਪਾਂ ਯੂਥ ਦੀ ਗੱਲ ਕਰਦੇ ਹਾਂ, ਬੱਚਿਆਂ ਦੀ ਗੱਲ ਕਰਦੇ ਹਾਂ, ਕਿ ਜਦੋਂ ਅਸੀਂ ਉਹਨਾਂ ਨੂੰ ਪਾਲ ਰਹੇ ਹੁੰਦੇ ਹਾਂ, ਸਾਡੇ ਕੋਲ ਕੁਝ ਨਾ ਕੁਝ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਹੋ ਜਾਂਦੀਆਂ ਜਿਹੜੀਆਂ ਅਸੀਂ
ਸਾਡੀ ਆਪਣੀ ਜਾਣਕਾਰੀ 'ਚ ਨਹੀਂ ਹੁੰਦੀਆਂ, ਅਣਗਹਿਲੀ ਦੇ ਵਿੱਚ ਵੀ ਹੁੰਦੀਆਂ, ਜਾਂ ਕੁਝ ਚੀਜ਼ਾਂ ਇੱਦਾਂ ਦਾ ਵਰਤਾਰਾ ਸਾਡਾ ਹੋ ਜਾਂਦਾ ਜਿਹਨੂੰ ਅਸੀਂ ਨੋਰਮਲ ਸਮਝਦੇ ਹਾਂ, ਪਰ ਬੱਚਿਆਂ ਦੇ ਲਈ ਲੌਂਗ ਲਾਸਟਿੰਗ ਉਹ ਜਿਹੜੀਆਂ ਖਰਾਬ ਮੈਮਰੀਜ਼ ਰਹਿੰਦੀਆਂ। ਬੜਾ ਵਧੀਆ ਤੁਸੀਂ ਟੌਪਿਕ ਚੁਣਿਆ ਜੀ। ਕਿਉਂਕਿ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਯੂਥ ਜਦੋਂ ਵਿਗੜਦਾ, ਜਦੋਂ ਗਲਤ ਰਾਹ 'ਤੇ ਤੁਰਨਾ ਸ਼ੁਰੂ ਕਰਦਾ, ਉਹਦੇ ਕੀ ਫੈਕਟਰਸ ਹੈਗੇ ਆ। ਆਪਾਂ ਰਿਸਕ ਫੈਕਟਰਸ ਦੀ ਗੱਲ ਕਰਦੇ ਹਾਂ, ਪੁੱਲ ਪੁਸ਼ ਫੈਕਟਰਸ ਦੀ ਗੱਲ ਕਰਦੇ ਹਾਂ, ਤਾਂ ਉਹਦੇ 'ਚ ਇਹ ਟਰਾਮਾ ਜਿਹੜਾ ਬਹੁਤ ਵੱਡਾ ਇੱਕ ਫੈਕਟਰ ਆ। ਪਰ ਇਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਦੇ ਵੱਲੋਂ ਤੇ ਤੁਹਾਡੇ ਵੱਲੋਂ ਵੀ ਇਹ ਕਲੀਅਰ ਕਰ ਦੇਣੀ ਚਾਹੁੰਦਾ ਕਿ ਕਿਸੇ ਪੇਰੈਂਟਸ ਨੂੰ ਇਹ ਨਾ ਲੱਗੇ ਕਿ ਇਹ ਕੋਈ ਬਲੇਮ ਅਸੀਂ ਦੇ ਰਹੇ ਹਾਂ। ਜਿਵੇਂ ਤੁਸੀਂ ਜਾਗਣ ਦੀ ਗੱਲ ਕੀਤੀ ਜੀ, ਆਪਾਂ ਹੋਕਾ ਦੇ ਸਕਦੇ ਹਾਂ, ਇੱਕ ਦੂਸਰੇ ਨੂੰ ਜਗਾ ਸਕਦੇ ਹਾਂ। ਸੋ ਦੈਟਸ ਦਾ ਫੋਕਸ ਕਿ ਆਪਾਂ ਰਲ ਮਿਲ ਕੇ ਕਿਵੇਂ ਸਿੱਖੀਏ ਜੀ। ਸੋ ਥੀਸ ਆਰ ਔਨਗੋਇੰਗ ਡਿਸਕਸ਼ਨਸ, ਅ ਡਾਇਲੌਗ ਹੈ ਇਹ, ਨਾ ਕਿ ਕੋਈ ਲੈਕਚਰਬਾਜ਼ੀ ਹੈ ਕਿ ਮੈਨੂੰ ਬਾਅਦਾ ਪਤਾ ਤੁਹਾਨੂੰ ਘੱਟ ਪਤਾ। ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਕਿ ਮੈਂ ਵੀ ਰੋਜ਼ਮਰਾ ਐਜ਼ ਅ ਪੇਰੈਂਟ ਗਲਤੀਆਂ ਕਰਦਾ। ਸੋ ਦਿਸ ਇਜ਼ ਨਾਟ ਸਮਥਿੰਗ ਵੀ ਸ਼ੁੱਡ ਫੀਲ ਗਿਲਟੀ ਅਬਾਊਟ, ਬਟ ਵੀ ਨੀਡ ਟੂ ਬੀ ਅਵੇਅਰ ਆਫ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਜਿਹੜੀ ਗਿਲਟੀ ਮਹਿਸੂਸ ਕਰਨ ਵਾਲੀ, ਜਦੋਂ ਤਾਂ ਆਪਣੇ ਬੱਚੇ ਛੋਟੇ ਹੁੰਦੇ ਆ ਹੈ ਨਾ, ਉਸ ਵੇਲੇ ਆਪਾਂ ਨੂੰ ਕੁਝ ਚੀਜ਼ਾਂ ਸਾਡੀ ਅਵੇਅਰਨੈਸ 'ਚ ਨਹੀਂ ਹੁੰਦੀਆਂ। ਜਦੋਂ ਥੋੜ੍ਹੇ ਜਿਹੇ ਬੱਚੇ ਵੱਡੇ ਹੋ ਜਾਂਦੇ ਆ, ਉਦੋਂ ਅਸੀਂ ਰੀਅਲਾਈਜ਼ ਕਰਦੇ ਹਾਂ ਕਿ ਇਹ ਸਾਡੇ ਕੋਲੋਂ ਗਲਤੀਆਂ ਉਸ ਵੇਲੇ ਹੋ ਗਈਆਂ। ਜਦੋਂ ਬੱਚੇ ਟੀਨ ਏਜ ਦੇ ਵਿੱਚ ਆ, ਉਸ ਵੇਲੇ ਵੀ ਸਾਡੀ ਅਵੇਅਰਨੈਸ 'ਚ ਨਹੀਂ ਹੈਗੀਆਂ ਉਹ ਚੀਜ਼ਾਂ, ਜਿਹੜੀਆਂ ਮਿਸਟੇਕਸ ਸਾਡੇ ਕੋਲੋਂ ਅਣਜਾਣੇ ਵਿੱਚ ਵੀ ਹੋ ਰਹੀਆਂ ਹੁੰਦੀਆਂ। ਥੋੜ੍ਹਾ ਜਿਹਾ ਅਸੀਂ ਹੋਰ ਏਜ ਦੇ ਵਿੱਚ ਅੱਗੇ ਵੱਧ ਜਾਂਦੇ ਹਾਂ, ਫਿਰ ਆਪਣੇ ਆਪ 'ਤੇ ਹਾਸਾ ਵੀ ਆਉਂਦਾ ਕਈ ਵਾਰੀ ਕਿ ਆਪਾਂ ਕੀ ਕਰਦੇ ਰਹੇ ਹਾਂ ਜੀ। ਸੋ ਜਿੰਨੇ ਕਿ ਜਿਸ ਤਰੀਕੇ ਦੇ ਟੂਲ ਸਾਡੇ ਕੋਲ ਹੁੰਦੇ ਆ, ਟੂਲ ਮੀਨਿੰਗ ਨੌਲੇਜ, ਇਨਫੋਰਮੇਸ਼ਨ, ਅਸੀਂ ਉਹਦੇ ਹਿਸਾਬ ਨਾਲ ਆਪਦੀ ਮਕੈਨਿਕੀ ਕਰਦੇ ਹਾਂ। ਤਾਂ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ, ਇਹ ਬੱਚਿਆਂ 'ਤੇ ਵੀ ਲਾਗੂ ਹੁੰਦਾ। ਇੱਕ ਸਰਟਨ ਏਜ 'ਤੇ ਬੱਚੇ ਜਿਹੜੇ ਹੁੰਦੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਐਜ਼ ਅ ਪੇਰੈਂਟਸ ਇਹ ਕਿਉਂ ਕਰ ਰਹੇ ਹਾਂ। ਓਬਜੈਕਸ਼ਨ ਕਰਦੇ ਆ, ਕੁਐਸਚਨ ਕਰਦੇ ਆ, ਕਈ ਵਾਰੀ ਪੁਸ਼ਬੈਕ ਵੀ ਤੁਹਾਨੂੰ ਦਿੰਦੇ ਆ। ਪਰ ਜਦੋਂ ਖੁਦ ਮਾਂ-ਬਾਪ ਬਣ ਦਿੰਦੇ ਆ, ਫਿਰ ਉਦੋਂ ਸਮਝ ਆਉਂਦੀ ਵੀ ਸਾਡੇ ਮਾਂ-ਬਾਪ ਕੀ ਕਹਿੰਦੇ ਹੁੰਦੇ ਸੀ। ਸੋ ਦਿਸ ਇਜ਼ ਅ ਸਾਈਕਲ, ਇਟਸ ਲਰਨਿੰਗ ਜੀ। ਸੋ ਇਹ ਦੋਨੇ ਧਿਰਾਂ ਦੀ ਚੱਲਦੀ ਰਹਿੰਦੀ ਆ। ਪਰ ਹਾਊ ਵੀ ਪੋਲਿਸ਼ ਇਟ, ਇਸ ਚੀਜ਼ ਨੂੰ ਅਸੀਂ ਹੋਰ ਬਿਹਤਰ ਕਿਵੇਂ ਬਣਾ ਸਕਦੇ ਹਾਂ। ਬਹੁਤ ਸਾਰੀ ਇਨਫੋਰਮੇਸ਼ਨ ਆਨਲਾਈਨ ਪਈ ਹੈਗੀ ਹੈ, ਬੜੇ ਵਿਦਵਾਨਾਂ ਨੇ ਗੱਲਾਂ ਕੀਤੀਆਂ ਹੈਗੀਆਂ, ਪਰ ਉਸ ਚੀਜ਼ ਨੂੰ ਅਸੀਂ ਅਨਪੈਕ ਕਰਕੇ ਬੇਸਿਕ ਲੈਵਲ 'ਤੇ ਕਿਵੇਂ ਲੈ ਕੇ ਆ ਸਕਦੇ ਹਾਂ, ਜ਼ਰੂਰੀ ਆ। ਕਿਉਂਕਿ ਜਿੰਨੀ ਵਾਰੀ ਵੀ ਇਹੋ ਜਿਹੇ ਨੌਜਵਾਨ ਇਹ ਦੇ ਬੱਚਿਆਂ ਨਾਲ ਗੱਲਬਾਤ ਕਰਨ ਦੀ ਮੌਕਾ ਮਿਲਿਆ ਜਿਹੜੇ ਗਲਤ ਰਾਹ 'ਤੇ ਤੁਰ ਪਏ ਸੀ, ਸੋ ਜਦੋਂ ਵੀ ਕਦੇ ਉਹਨਾਂ ਦੀ ਸਟੋਰੀ ਜਾਣਨ ਦੀ ਕੋਸ਼ਿਸ਼ ਕੀਤੀ, ਬਹੁਤ ਟਾਈਮ ਲੱਗਿਆ ਉਸ ਚੀਜ਼ ਨੂੰ, ਕਿ ਇੱਕਦਮ ਨਹੀਂ ਖੁੱਲ੍ਹਦਾ ਕੋਈ ਵੀ। ਅਤੇ ਜਿਹੜੇ ਬਚਪਨ ਦੇ ਜ਼ਖਮ ਹੁੰਦੇ ਉਹ ਦਿਖਾਉਣੇ ਹੋਰ ਵੀ ਔਖੇ ਹੁੰਦੇ ਆ। ਸੋ ਉਹ ਜਦੋਂ ਥਰੂ ਸਰਟਨ ਕਨਵਰਸੇਸ਼ਨਸ ਜਦੋਂ ਉਹ ਗੱਲ ਖੁੱਲ੍ਹਦੀ ਹੈ ਫਿਰ, ਅਤੇ ਉਦੋਂ ਇਹ ਟਰਾਮਾ ਸਾਹਮਣੇ ਆਉਂਦਾ ਕਿ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਕੀ ਕੁਛ ਦੇਖਿਆ ਸੀ, ਜੋ ਉਹਨਾਂ ਦੇ ਮਾਂ-ਬਾਪ ਨੇ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਉਹਨਾਂ ਤੋਂ ਜਿਹੜੀਆਂ ਗਲਤੀਆਂ ਹੋਈਆਂ। ਸੋ ਹਾਊ ਡੂ ਵੀ ਡੂ ਬੈਟਰ ਨੈਕਸਟ ਟਾਈਮ ਜੀ। ਸੋ ਉਹ ਆਪਣਾ ਫੋਕਸ ਅੱਜ ਦੇ ਜਿਹੜੇ ਟੌਪਿਕ ਦਾ। ਮੈंने ਕਈ ਸਟੱਡੀਜ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਨੌਜਵਾਨ ਜਾਂ ਟੀਨਏਜਰਸ, ਈਵਨ ਜਿਹੜੇ ਛੋਟੇ ਵੀ ਕਈ ਬੱਚੇ ਹੈਗੇ ਆ, ਕਿਸ਼ੋਰ ਅਵਸਥਾ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ, ਐਡੋਲਸੈਂਟਸ ਜਿਹੜੇ ਹੈਗੇ ਆ, ਉਹ ਜਦੋਂ ਕਿਸੇ ਨਾ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਐਨਗੇਜ ਹੋ ਜਾਂਦੇ ਆ। ਇੱਕ ਸਟੱਡੀ ਦੇ ਮੁਤਾਬਕ ਕਹਿੰਦੇ ਉਹਨਾਂ ਬੱਚਿਆਂ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ, ਜਿੱਦਾਂ ਤੁਸੀਂ ਦੱਸਿਆ ਕਿ ਵੀ ਇਹ ਸੌਖਾ ਨਹੀਂ ਉਹਨਾਂ ਕੋਲੋਂ ਪੁੱਛਣਾ ਜਾਂ ਇਹ ਚੀਜ਼ਾਂ ਉਹਨਾਂ ਦੇ ਕੋਲੋਂ ਕਢਵਾਉਣੀਆਂ, 90% ਕਹਿੰਦੇ ਉਹ ਜਿਹੜੇ ਬੱਚੇ ਉਹ ਸਨ ਜਿਨ੍ਹਾਂ ਨੇ ਬਚਪਨ ਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਟਰਾਮਾ ਉਹ ਫੇਸ ਕੀਤਾ ਸੀ। ਤੁਹਾਡੀ ਆਪਣੀ ਜਿਹੜੀ ਪ੍ਰੈਕਟਿਸ ਆ ਉਹ ਕੀ ਕਹਿੰਦੀ ਆ? ਦੇਖੋ, ਮੈਂ ਜਿਵੇਂ ਇਹ ਨਹੀਂ ਕਹਿ ਸਕਦਾ ਕਿ ਮੇਰੀ ਐਕਸਪਰਟੀਜ਼ ਹੈਗੀ ਹੈ ਐਕੈਡੈਮਿਕ ਤੌਰ 'ਤੇ ਇਸ ਚੀਜ਼ ਨਾ। ਸੋ ਜੇ ਕਿਸੇ ਹੋਰ ਵਿਦਵਾਨ ਦੇ ਵਿਚਾਰ ਹੋਣਗੇ, ਆਲ ਟੇਕ ਇਟ। ਪਰ ਪ੍ਰੈਕਟੀਕਲੀ ਸਪੀਕਿੰਗ, ਆਈ ਹੈਵ ਟਾਕਡ ਟੂ ਲੋਟ ਆਫ ਕਿਡਸ, ਲੋਟ ਆਫ ਹਾਰਡਨ ਕ੍ਰਿਮੀਨਲਸ, ਜਿਹੜੇ ਗੈਂਗਸਟਰਸ ਹੈਗੇ ਆ, ਚਾਹੇ ਉਹ ਬਹੁਤ ਨਾਮਵਰ ਗੈਂਗਸਟਰ ਹੋਣ ਜਾਂ ਜਿਨ੍ਹਾਂ ਨੇ ਹਜੇ ਪੈਰ ਹੀ ਧਰਿਆ ਹੋਵੇ, ਔਰ ਬਹੁਤ ਵੀ ਸੈਂਕੜਿਆਂ ਦੀ ਗਿਣਤੀ ਦੀ ਮੈਂ ਗੱਲ ਕਰਦਾ, ਉਹਨਾਂ ਦੀ ਫੈਮਲੀਜ਼ ਨੂੰ ਮਿਲੇ, ਬੱਚਿਆਂ ਨੂੰ ਮਿਲੇ। ਸੋ ਇੱਕੋ ਗੱਲ ਸਾਹਮਣੇ ਆਈ ਕਿ ਉਹ ਲੇਅਰਸ ਦੇ ਵਿੱਚ ਟਰਾਮਾ ਕਿਤੇ ਨਾ ਕਿਤੇ ਜ਼ਰੂਰ ਸੀਗਾ। ਚਾਹੇ ਉਹ ਪਰਸਨਲ ਟਰਾਮਾ ਹੋਵੇ, ਚਾਹੇ ਇਨਵਾਇਰਮੈਂਟਲ ਟਰਾਮਾ ਹੋਵੇ, ਚਾਹੇ ਸੋਸਾਇਟੀ ਤੋਂ ਮਿਲਿਆ ਟਰਾਮਾ ਹੋਵੇ। ਇਹ ਇਕੱਲਾ ਨਹੀਂ ਕਹਿ ਸਕਦੇ ਕਿ ਇਕੱਲੇ ਪੇਰੈਂਟਸ ਦਾ, ਉਹ ਸਕੂਲ 'ਚੋਂ ਵੀ ਮਿਲ ਸਕਦਾ, ਬੁਲਿੰਗ ਥਰੂ ਜਾਂਦੇ ਬੱਚੇ ਜਿਹੜੇ। ਸੋ ਦੇਰ ਇਜ਼ ਆਲਵੇਜ਼ ਸਮਥਿੰਗ ਇਨ ਦਾ ਸਟੋਰੀ ਜਿਹੜੀ ਬੱਚਿਆਂ ਨੂੰ ਉਧਰ ਤੱਕਦੀ ਹੈ। ਸੋ ਵੀ ਕੈਨਟ ਫਿਕਸ ਦ ਨੈਕਸਟ ਵਨ ਅੰਟਿਲ ਵੀ ਨੋ ਵੀ ਕਿੱਥੋਂ ਤੁਰੀ ਸੀ ਗੱਲ। ਸੋ ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਆ। ਸਾਰੇ ਕੇਸਾਂ ਦੇ ਵਿੱਚ ਹੀ ਮੈਂ ਦੇਖਿਆ ਮੋਸਟਲੀ ਕੋਈ ਨਾ ਕੋਈ ਜਿਹੜਾ ਟਰਾਮਾ ਜ਼ਰੂਰ ਹੁੰਦਾ। ਸਰਜਨ ਜੈਕੋਸਾ, ਇਹ ਗੱਲ ਹੈ ਜਦੋਂ ਹੁਣ ਆਪਾਂ ਇਹ ਟਰਾਮਾ ਦੀ ਅਤੇ ਬੱਚਿਆਂ ਦੀ ਗੱਲ ਕਰ ਰਹੇ ਹਾਂ, ਯੂਥ ਦੀ ਗੱਲ ਕਰ ਰਹੇ ਹਾਂ, 2-3 ਬ੍ਰਾਂਚਿਸ ਬਣ ਜਾਂਦੀਆਂ ਨੇ। ਜਿੱਦਾਂ ਮੈਂ ਇੱਕ ਗੱਲ ਕੀਤੀ ਹੈ ਕਿ ਰੀਸਰਚਰਸ ਰਿਸਰਚ ਕਰ ਰਹੇ ਹੈਗੇ ਆ ਕਿ ਇਹ ਟਰਾਮਾ ਦਾ ਅਤੇ ਜਿਹੜੇ ਯੂਥ ਕ੍ਰਾਈਮਸ ਹੈਗੇ ਆ ਜਾਂ ਯੂਥ ਕ੍ਰਿਮੀਨਲਸ ਹੈਗੇ ਆ,
ਉਹਨਾਂ ਦਾ ਆਪਸ 'ਚ ਕੀ ਸੰਬੰਧ ਆ। ਦੂਸਰੀ ਜਿਹੜੀ ਬ੍ਰਾਂਚ ਆ ਜਾਂਦੀ ਆ, ਜਿਹੜੇ ਸਾਈਕੈਟਰਿਸਟ ਹੈਗੇ ਆ, ਉਹ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਤੀਜਾ ਜਿਹੜਾ ਐਂਗਲ ਤੁਹਾਡੇ ਵੱਲੋਂ ਆ ਜਾਂਦਾ ਕਿ ਤੁਸੀਂ ਜਿਹੜੇ ਪੁਲਿਸ ਸਰਵਿਸ ਦੇ ਵਿੱਚ ਹੁੰਦੇ ਹੋਏ ਉਹ ਇਸ ਚੀਜ਼ ਨੂੰ ਕਿੱਦਾਂ ਦੇਖਦੇ ਆ। ਪਰ ਮੈਂ ਇਹ ਤੀਸਰਾ ਆਸਪੈਕਟ ਅੱਜ ਤੁਹਾਡੇ ਕੋਲੋਂ ਪੁੱਛ ਰਹੀ ਹਾਂ। ਦੋ ਚੀਜ਼ਾਂ ਅੱਜ ਮੈਂ ਥੋੜ੍ਹੀਆਂ ਸਮਝਣ ਦੀ ਕੋਸ਼ਿਸ਼ ਕੀਤੀ, ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਉਹ ਐਗਜ਼ੈਕਟਲੀ ਉਹੀ ਚੀਜ਼ ਹੈ ਜਿਹੜੀ ਤੁਸੀਂ ਮੈਂਸ਼ਨ ਕਰ ਰਹੇ ਹੋ ਕਿ ਵੀ ਹਾਂ, ਇਸ ਚੀਜ਼ ਦਾ ਸੰਬੰਧ ਹੈਗਾ। ਜੇ ਕਿਸੇ ਨੇ ਬਚਪਨ ਦੇ ਵਿੱਚ ਕੋਈ ਤਕਲੀਫ ਹੈ, ਖੁਦ ਚੱਲੀ ਹੈ, ਜਾਂ ਕਿਸੇ ਨੂੰ ਤਕਲੀਫ ਦੇ ਵਿੱਚ ਦੇਖਿਆ। ਸਾਡੇ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਡੋਮੈਸਟਿਕ ਵਾਇਲੈਂਸ ਦੀ ਆਪਾਂ ਅਕਸਰ ਗੱਲ ਕਰਦੇ ਹਾਂ, ਜਾਂ ਐਲਕੋਹਲ ਦੀ ਗੱਲ ਕਰਦੇ ਹਾਂ, ਕਿਸੇ ਤਰ੍ਹਾਂ ਦੇ ਡਰੱਗਸ ਦੀ ਗੱਲ ਕਰਦੇ ਹਾਂ। ਇਹ ਹੋ ਹੀ ਨਹੀਂ ਸਕਦਾ ਕਿ ਉਹ ਜਿਹੜਾ ਫੁੱਲ ਭਰ ਬੱਚਾ ਹੈਗਾ ਜਾਂ ਛੋਟਾ ਬੱਚਾ ਜਿਹਨੇ ਦੁਨੀਆ ਨਹੀਂ ਦੇਖੀ, ਉਹਦੇ 'ਤੇ ਉਹਦਾ ਅਸਰ ਨਾ ਹੋਵੇ। ਮੈਂ ਤੁਹਾਡੇ ਕੋਲ ਜਿਹੜੇ ਜੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹਾਂ ਆਪਣੇ ਲਿਸਨਰਸ ਦੇ ਬਿਹਾਫ 'ਤੇ, ਕੀ ਕਰੀਏ ਫਿਰ ਅਸੀਂ? ਮਤਲਬ ਅਸੀਂ ਚਾਹੁੰਦੇ ਨਹੀਂ ਗੇ, ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਇੱਕ ਪੇਰੈਂਟ ਇਹੀ ਚਾਹੁੰਦਾ ਕਿ ਚੰਗੀ ਜਿਹੜੀ ਅਸੀਂ ਪ੍ਰੈਕਟਿਸ ਕਰੀਏ ਤਾਂ ਕਿ ਸਾਡੇ ਬੱਚੇ ਚੰਗੇ ਇਨਸਾਨ ਬਣਨ। ਅਸੀਂ ਕਿੱਦਾਂ ਮਾਈਂਡਫੁਲ ਹੋਈਏ, ਅਸੀਂ ਕਿੱਦਾਂ ਧਿਆਨ ਦੇਈਏ? ਦੇਖੋ, ਪਹਿਲਾਂ ਤਾਂ ਇੱਕ ਚੀਜ਼ ਰੈਕੋਗਨਾਈਜ਼ ਕਰਨੀ ਕਿ ਪ੍ਰੋਬਲਮ ਹੁੰਦੀ ਹੈ। ਸੋ ਫਰਸਟ ਸਟੈਪ ਇਜ਼ ਦੈਟ। ਕਈ ਵਾਰੀ ਤਾਂ ਡਿਨਾਇਲ 'ਚ ਹੀ ਅਸੀਂ ਟਾਈਮ ਲਗਾ ਦਿੰਦੇ ਹਾਂ ਵੀ ਨਹੀਂ, ਦੇਖੋ ਜਿਸ ਤਰ੍ਹਾਂ ਬਹੁਤ ਵਧੀਆ ਪੇਰੈਂਟਿੰਗ ਕਰ ਰਹੇ ਹਾਂ। ਆਮ ਨਾਟ ਸੇਇੰਗ ਬਹੁਤ ਵਧੀਆ ਪੇਰੈਂਟਸ ਸਾਰੇ ਵਧੀਆ ਹੁੰਦੇ ਆ। ਪੇਰੈਂਟਿੰਗ ਤੋਂ ਨਹੀਂ ਕਿੰਨੀ ਕੁ ਵਧੀਆ ਕਰ ਰਹੇ ਆ, ਉਹਦੇ ਲਈ ਸਵੈ ਪੜਚੋਲ ਕਰਨੀ ਜਿਹੜੀ ਬਹੁਤ ਜ਼ਰੂਰੀ ਹੈ। ਇੰਟਰੋਸਪੈਕਸ਼ਨ ਇਜ਼ ਐਬਸੋਲੂਟ ਮਸਟ। ਫਿਰ ਐਜੂਕੇਸ਼ਨ ਅਵੇਅਰਨੈਸ, ਲਿਟਰੇਚਰ ਪੜ੍ਹੋ ਵੀ ਕੀ ਕਹਿੰਦਾ ਯੂਥ ਦਾ। ਔਰ ਸਭ ਤੋਂ ਜ਼ਿਆਦਾ ਜਿਹੜਾ ਵਿਦਵਾਨ ਤੁਹਾਡੇ ਘਰੇ ਬੈਠਾ ਹੁੰਦਾ ਉਹ ਹੈਗਾ ਤੁਹਾਡਾ ਯੂਥ, ਤੁਹਾਡੇ ਆਪਣੇ ਬੱਚੇ, ਬਸ਼ਰਤੇ ਕਿ ਤੁਸੀਂ ਉਹਨਾਂ ਨੂੰ ਉਹ ਸਪੇਸ ਕ੍ਰੀਏਟ ਕਰੋ ਕਿ ਜਿੱਥੇ ਤੁਹਾਨੂੰ ਉਹ ਦੱਸ ਸਕਣ। ਸੋ ਉੱਥੇ ਮੈਂ ਗਲਤੀਆਂ ਦੀ ਗੱਲ ਕਰਦਾ ਕਿ ਐਜ਼ ਪੇਰੈਂਟਸ ਕਈ ਵਾਰੀ ਅਸੀਂ ਜਿਵੇਂ ਕਹਿੰਦੇ ਕਿ ਇਫ ਯੂ ਸਕਰੀਮ ਐਟ ਯੂਰ ਕਿਡਸ ਯੂ ਆਰ ਸ਼ੋਰ ਟੂ ਰੇਜ਼ ਅ ਸਕਰੀਮਰ। ਇਟਸ ਅ ਸ਼ੋਰ ਵੇ ਟੂ ਰੇਜ਼ ਅ ਸਕਰੀਮਰ। ਨਾਟ ਨੈਸੈਸਰੀਲੀ ਮੀਨ ਕਿ ਉਹ ਬੱਚਾ ਤੁਹਾਡਾ ਜਿਹੜਾ ਬਿਹੇਵੀਅਰ ਮਿਮਿਕ ਕਰੂਗਾ, ਪਰ ਹੋ ਸਕਦਾ ਉਹ ਕਰਲਪ ਹੋ ਜਾਏ, ਹੋ ਸਕਦਾ ਉਹ ਇੰਟਰੋਵਰਟ ਬਣ ਜਾਏ, ਜ਼ਿਆਦਾ ਡਰ ਜਾਵੇ ਸਕਰੀਮਿੰਗ ਤੋਂ। ਉਹਦੇ ਆਪਣੇ ਰਿਲੇਸ਼ਨਸ਼ਿਪਸ ਦੇ ਵਿੱਚ ਵੀ ਉਹ ਚੀਜ਼ਾਂ ਸੀਪ ਹੋ ਕੇ ਆਉਣਗੀਆਂ ਬਾਅਦ 'ਚ। ਬਿਲਕੁਲ ਬਿਲਕੁਲ। ਜਾਂ ਉਹ ਉਹਨਾਂ ਚੀਜ਼ਾਂ ਨੂੰ ਨਫ਼ਰਤ ਕਰੂਗਾ, ਜਾਂ ਉਹਨੂੰ ਹੈਂਡਲ ਕਰਨੀਆਂ ਨਹੀਂ ਆਉਣੀਆਂ, ਜਾਂ ਵਾਕਿਆ ਹੀ ਸਿਆਣਾ ਹੋ ਜਾਊਗਾ, ਰੈਜ਼ੀਲੀਐਂਟ ਹੋ ਜਾਊਗਾ ਉਸ ਚੀਜ਼ ਨੂੰ, ਜਾਂ ਡੀਸੈਂਸਿਟਾਈਜ਼ ਹੋ ਜਾਊਗਾ। ਸੋ ਮੈਨੀ ਥਿੰਗਸ ਕੈਨ ਹੈਪਨ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਉਹ ਇੰਪੈਕਟ ਜ਼ਰੂਰ ਕਰੂਗੀ ਚੀਜ਼ਾਂ ਨੂੰ। ਨੈਗੇਟਿਵ ਪੋਜ਼ੀਟਿਵ ਵਿਲ ਬੀ ਡਿਪੈਂਡੈਂਟ ਔਨ ਦਾ ਪਰਸਨ ਜਿਹ 'ਤੇ ਹੋ ਰਿਹਾ। ਰੈਜ਼ੀਲੀਐਂਸ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਆਪਾਂ ਕਹਿੰਦੇ ਕਿ ਬੱਚਿਆਂ ਨੂੰ ਸਿਖਾਇਆ ਜਾਵੇ ਵੀ ਚੱਲੀ ਚੱਲੋ, ਕੀਪ ਗੋਇੰਗ ਡਿਸਪਾਈਟ ਆਲ ਦ ਹਰਡਲਸ। ਪਰ ਆਪਾਂ ਗਲਤ ਸੋਚ ਦੇ ਰਹੇ ਹਾਂ ਬੱਚਿਆਂ ਨੂੰ। ਅੱਛਾ, ਵੀ ਨੀਡ ਟੂ ਟੀਚ ਆਰ ਕਿਡਸ ਵੈਨ ਟੂ ਟੇਕ ਅ ਨੀ, ਕਿ ਕਿੱਥੇ ਜਾ ਕੇ ਈਵਨ ਐਜ਼ ਪੇਰੈਂਟਸ ਸਾਡੀਆਂ ਵੀ ਲਿਮਿਟਸ ਹੈਗੀਆਂ। ਜਦੋਂ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਉਹ ਮੀਟਰ ਤਾਂ ਨੂੰ ਜਾ ਰਿਹਾ ਹੁਣ ਗੁੱਸੇ ਦਾ, ਉਹ ਇਕੱਲਾ ਬੱਚੇ 'ਤੇ ਨਹੀਂ ਜਾ ਰਿਹਾ। ਸਹੀ ਹੈ। ਉਹ ਪਿਛਲੇ 18 ਘੰਟਿਆਂ 'ਚ ਜੋ ਸਾਡੇ ਨਾਲ ਹੁੰਦਾ ਕੰਮ 'ਤੇ ਜਾਂ ਕਿਤੇ ਬਾਹਰ, ਜਾਂ ਅਸੀਂ ਜੋ ਤਕਲੀਫਾਂ 'ਚੋਂ ਨਿਕਲਦੇ ਹਾਂ, ਕਈ ਵਾਰੀ ਉਹ ਟ੍ਰਿਗਰ ਜਿਹੜਾ ਬੱਚੇ ਦਾ ਬਿਹੇਵੀਅਰ ਬਣ ਜਾਂਦਾ। ਸੋ ਵੀ ਹੈਵ ਟੂ ਚੈੱਕ ਦੈਟ ਵੀ ਕੀ ਜੋ ਅਸੀਂ ਰਿਐਕਸ਼ਨ ਬੱਚਿਆਂ ਨੂੰ ਦੇ ਰਹੇ ਹਾਂ, ਇਜ਼ ਇਟ ਸਟੈਮਿੰਗ ਫਰੋਮ ਬੱਚਾ ਸਾਡੀ ਗੱਲ ਨਹੀਂ ਸੁਣ ਰਿਹਾ, ਕਿ ਪਹਿਲਾਂ ਹੀ ਅਸੀਂ ਔਖੇ ਆਏ ਹਾਂ। ਬਿਲਕੁਲ। ਦੈਟ ਇਜ਼ ਤੁਹਾਡੇ ਬੌਸ ਨੇ ਤੁਹਾਨੂੰ ਵਧੀਆ ਨਹੀਂ ਡੀਲ ਕੀਤਾ, ਤੁਹਾਡੀ ਘਰ ਵਾਲੀ ਨੇ ਤੁਹਾਨੂੰ ਪੁੱਠਾ ਬੋਲਤਾ, ਜਾਂ ਤੁਸੀਂ ਉਹਨੂੰ ਪੁੱਠਾ ਬੋਲਤਾ। ਉਹਨੇ ਜਿਹੜਾ ਚਪੇੜ ਮਾਰਨ ਦਾ ਜਿਹੜਾ ਹੈਗਾ ਨਾ ਕਿ ਅੱਗੇ ਅੱਗੇ ਤੁਰੀ ਚੱਲੋ, ਵੀ ਹੈਵ ਟੂ ਸਟਾਪ ਦੈਟ। ਬੱਚੇ ਵਲਨੇਬਲ ਆ। Absolutely. You are the facilitators. ਹੈ ਇਹ ਤੁਹਾਡੇ ਕੋਲ ਸੋਲਸ ਆਈਆਂ ਹੈਗੀਆਂ। I'm not talking about spiritual religious stuff. ਪਰ ਇਹ ਬੱਚੇ ਜਿਹੜੇ ਹੈਗੇ ਆ, we are here to raise them, not own them. ਸੋ ਉਹਨਾਂ ਦੀਆਂ ਆਪਣੀਆਂ ਪਰਸਨੈਲਿਟੀਜ਼ ਹੈਗੀਆਂ, we have to recognize it. ਅਤੇ ਜੇ ਉਹ ਸਾਨੂੰ ਕਿਸੇ ਗੱਲ ਨੂੰ ਸਾਡੀ ਨੂੰ ਨਹੀਂ ਮੰਨਦੇ, ਹੁਣ ਕੱਲ੍ਹ ਇੱਥੇ ਈਦ ਦਾ ਇਵੈਂਟ ਸੀਗਾ, ਉੱਥੇ ਗਏ ਅਤੇ ਉੱਥੋਂ ਦੇ ਜਿਹੜੇ ਮੌਲਵੀ ਸਾਹਿਬ ਸੀ, ਉਹਨਾਂ ਨੇ ਬੜੀ ਪਿਆਰੀ ਲਾਈਨ ਉਹਨਾਂ ਨੇ ਬੋਲੀ ਉੱਥੇ। ਅੱਛਾ, ਇਹ ਮੈਨੂੰ ਬੜਾ ਚੰਗਾ ਲੱਗਿਆ। ਕਹਿੰਦੇ ਕਿ ਇਫ ਯੂ ਵਾਂਟ ਟੂ ਰੇਜ਼ ਓਬੀਡੀਐਂਟ ਕਿਡਸ, ਲਵ ਦੈਮ। ਹੁਣ ਸਿੰਪਲ ਗੱਲ ਆ, ਪਰ ਇਹ ਹਜਮ ਨਹੀਂ ਆਉਂਦੀ। ਹਜਮ ਉਦੋਂ ਨਹੀਂ ਆਉਂਦੀ ਜਦੋਂ ਆਪਾਂ ਕਹਿੰਦੇ ਹਾਂ ਕਿ ਠੀਕ ਹੈ, ਇਹ ਮੋਸਟ ਦਾ ਟਾਈਮ ਇਟ ਵਰਕਸ। ਪਰ ਕਈ ਬੱਚੇ ਜ਼ਿੱਦੀ ਹੋ ਜਾਂਦੇ ਆ, ਮੈਂ ਤਾਂ ਨਹੀਂ ਸੁਣਨੀ। ਉੱਥੇ ਕਨਫਿਊਜ਼ਨ ਕ੍ਰੀਏਟ ਹੁੰਦੀ ਵੀ ਹੁਣ ਅਸੀਂ ਕੀ ਕਰੀਏ। ਰਾਈਟ। ਬਟ ਦ ਇਸ਼ੂ ਇਜ਼ ਵੀ ਨੀਡ ਟੂ ਲਰਨ ਹਾਊ ਟੂ ਬੀ ਫਰੈਂਡਸ ਵਿਦ ਆਰ ਕਿਡਸ ਔਰ ਬੀ ਫਰੈਂਡਲੀ ਟੂ ਦਮ। ਅਸੀਂ ਜਾਂ ਤਾਂ ਜਮਾਂ ਹੀ ਅਲਾਰ ਹੋ ਜਾਂਦੇ ਹਾਂ, ਜ਼ਿਆਦਾ ਲਾੜ ਪਿਆਰ ਸ਼ੋਅ ਕਰਨ ਲੱਗ ਪਏ ਨੇ, ਜਿਹੜੀ ਚੀਜ਼ ਮੰਗੀ ਦੇਤੀ, ਜਿਹੜੀ ਚੀਜ਼ ਮੰਗੀ, ਕਿਉਂਕਿ ਅਸੀਂ ਉਹਨੂੰ ਪਿਆਰ ਦੇ ਪੈਰਾਮੀਟਰ ਦੇ ਨਾਲ ਤੋਲਦੇ ਹਾਂ ਵੀ ਅਸੀਂ ਤਾਂ ਸਾਰੀਆਂ ਖਾਸ਼ਾਂ ਪੂਰੀਆਂ ਕਰ ਰਹੇ ਹਾਂ। ਵੀ ਆਰ ਵੈਰੀ ਲਵਿੰਗ ਟੂ ਆਰ ਕਿਡਸ, ਬਟ ਆਰ ਵੀ? ਸੋ ਇਹ ਚੀਜ਼ ਇੱਕ ਸਵਾਲ ਮੈਂ ਪੇਰੈਂਟਸ ਲਈ ਛੱਡਣਾ ਚਾਹੁੰਦਾ ਕਿ ਕੀ ਆਪਣੇ ਬੱਚਿਆਂ ਨੂੰ ਲੋੜ ਤੋਂ ਜ਼ਿਆਦਾ ਦੇਈ ਜਾਣਾ, ਉਹਨਾਂ ਦੀ ਮੂੰਹ 'ਚੋਂ ਗੱਲ। ਇਹ ਕਈ ਗੱਲ ਪੇਰੈਂਟਸ ਤਾਂ ਬੜੇ ਪ੍ਰਾਊਡਲੀ ਦੱਸਦੇ ਆ ਵੀ ਸਾਡੇ ਬੱਚੇ ਦੇ ਮੂੰਹ 'ਚੋਂ ਜੀ ਪਹਿਲਾਂ ਬੱਚੋਂ ਨਿਕਲਦੀ ਗੱਲ ਅਸੀਂ ਪਹਿਲਾਂ ਪੂਰੀ ਕਰ ਦਿੰਦੇ ਹਾਂ, ਅਤੇ ਫਿਰ ਵੀ ਇਉਂ ਕਰ ਰਿਹਾ। ਦੈਟ ਇਜ਼ ਦ ਰੀਜ਼ਨ ਵਾਈ ਦੈਟ ਪਰਸਨ ਇਜ਼ ਡੂਇੰਗ ਇਟ। ਕਿ ਤੁਸੀਂ ਉਹਨੂੰ, ਯੂ ਨੋ, ਮੇਕਿੰਗ ਦੈਟ ਪਰਸਨ ਵਰਕ ਫॉर ਐਨੀਥਿੰਗ।
ਸਹੀ ਗੱਲ। ਅਸੀਂ ਲਾਈਫ ਸਕਿੱਲ ਨਹੀਂ ਸਿਖਾ ਰਹੇ। ਆਈ ਨੋ ਥੀਸ ਆਰ ਡਿਫਰੈਂਟ ਐਸਪੈਕਟਸ ਆਫ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਪਰ ਇਹ ਗੱਲ ਪੇਰੈਂਟਿੰਗ ਤੇ ਹੀ ਮੁੱਕਦੀ ਆ ਕੇ ਵੀ ਹਾਊ ਡੂ ਵੀ ਡੀਲ ਵਿਦ ਦਿਸ ਸਟਫ। ਸੋ ਟਰਾਮਾ ਜਿਹੜਾ ਹੈਗਾ ਘਰਾਂ ਦੇ ਵਿੱਚ ਆਪਣੇ ਇੱਕ ਇਨਵਾਇਰਮੈਂਟਲ ਸਕੈਨ ਕਰਕੇ ਦੇਖੋ ਔਰ ਆਪਣੇ ਮਿਆਰ ਦੇ ਹਿਸਾਬ ਨਾਲ ਦੇਖੋ ਤੁਸੀਂ। ਜਦੋਂ ਅਸੀਂ ਜੰਮੇ ਪਲੇ ਸੀ, ਹੁਣ ਮੈਂ ਆਪਣੀ ਪਰਸਨਲ ਦੀ ਐਗਜ਼ਾਮਪਲ ਦੇ ਦਿੰਦਾ, ਆਪਣੀ ਦਿੰਦਾ ਐਗਜ਼ਾਮਪਲ ਜੀ। ਸੋ ਆਈ ਟੋਲਡ ਮਾਈ ਲਿਟਲ ਵਨ ਟੂ ਡੂ ਸਮਥਿੰਗ ਐਂਡ ਹੀ ਸੈਡ ਨੋ, ਕਿ ਮੈਂ ਠਹਿਰ ਕੇ ਕਰੂੰਗਾ। ਘਾਹ ਕੱਟਣ ਵਾਲਾ ਸੀ, ਇਟ ਵਾਸ ਹਿਜ਼ ਰਿਸਪੌਂਸਿਬਿਲਿਟੀ। ਚਲੋ ਅਸੀਂ ਬੈਕ ਐਂਡ ਫੋਰਥ, ਮੈਂ 3-4 ਵਾਰੀ ਬੜਾ ਪਿਆਰ ਇਵੈਂਚੁਅਲੀ ਮੈਂ ਆਈ ਰੇਜ਼ ਮਾਈ ਵੋਇਸ ਐਂਡ ਆਮ ਲਾਈਕ ਯੂ ਨੀਡ ਟੂ ਡੂ, ਯੂ ਹੈਵ ਟੂ ਡੂ ਦਿਸ। ਚਲੋ ਕੰਮ ਤਾਂ ਉਹਨੇ ਕਰਤਾ। ਬਟ ਦੈਨ ਹੀ ਕੇਮ ਬੈਕ ਟੂ ਮੀ ਘੰਟੇ ਕੇ ਬਾਅਦ ਤੇ ਕਹਿੰਦਾ ਲੈਟਸ ਟਾਕ। ਮੈਂ ਕਿਹਾ ਠੀਕ ਹੈ। ਅੱਛਾ। ਕਹਿੰਦਾ ਵੀ ਵਾਈ ਡਿਡ ਯੂ ਰੇਜ਼ ਯੂਰ ਵੋਇਸ? ਤੇ ਮੈਂ ਕਿਹਾ ਵੀ ਬਿਕੋਜ਼ ਤੂੰ ਕਰਦਾ ਨਹੀਂ ਸੀ। ਕਹਿੰਦਾ ਵੀ ਇਜ਼ ਦੈਟ ਦ ਰੀਜ਼ਨ? ਵੀ ਉਹਨੇ ਮੇਰੀ ਨੂੰ ਕੁਐਸਚਨ ਕੀਤਾ ਵੀ ਕੀ ਮੈਂ ਗੁੱਸੇ ਉਹਦੇ ਕਰਕੇ ਹੋਇਆ ਸੀ ਕਿ ਮੈਂ ਹੀ ਆਪਦੇ ਕੰਟਰੋਲ 'ਚ ਨਹੀਂ ਹੈਗਾ ਕਿ ਮੈਂ ਉਹ ਉਸ ਲੈਵਲ 'ਤੇ ਆਪਣੇ ਆਪ ਨੂੰ ਜਾਣ ਦਿੱਤਾ। ਸੋ ਵੇਅਰ ਡੂ ਵੀ ਸਵਿਚ ਫਰੋਮ ਡਿਸਿਪਲਿਨ ਟੂ ਪਿਊਨਿਟਿਵ? ਹੁਣ ਮੈਂ ਕਿਹਾ, ਫਿਰ ਉਹਨੂੰ ਦੱਸਿਆ, ਮੈਂ ਕਿਹਾ ਦੇਖ ਸਾਡੇ ਲਈ ਇਹ ਚੀਜ਼ਾਂ ਨਾਰਮਲ ਸੀਗੀਆਂ, ਸੋ ਮੇਥੋਂ ਗਲਤੀਆਂ ਹੋ ਜਾਂਦਾ ਨਾ। ਵੈਨ ਵੀ ਟਾਕ ਅਬਾਊਟ ਟਰਾਮਾ, ਦੈਟ ਦੇਰ ਇਜ਼ ਆਲਸੋ ਅ ਟਰਮ ਕਾਲਡ ਜਨਰੇਸ਼ਨਲ ਟਰਾਮਾ, ਜੋ ਅਸੀਂ ਆਪਣੇ ਮਾਂ-ਬਾਪ ਥਰੂ ਦੇਖਿਆ। ਵੈਲ ਇੰਟੈਂਡਡ ਡਿਸਿਪਲਿਨ ਜਿਹੜਾ ਸੀਗਾ, ਜਿਹਨੂੰ ਟਫ ਲਵ ਕਹਿ ਦੋ ਜਾਂ ਕੁਛ ਕਹਿ ਦੋ, ਸਾਡੇ ਤਾਂ ਹੁਣ ਆਮ ਗੱਲ ਹੁੰਦੀ ਸੀ। ਬਿਲਕੁਲ ਉਹੀ ਅਸੀਂ ਪਾਸ ਔਨ ਕਰ ਰਹੇ ਹਾਂ। ਐਬਸੋਲੂਟਲੀ। 2 ਚਪੇੜਾਂ ਮਾਰੀਆਂ, ਪਹਿਲਾਂ ਸਕੂਲ ਖਾਧੀਆਂ, ਮੁੜ ਕੇ ਘਰੇ ਆ ਕੇ ਖਾਧੀਆਂ। ਪਿਆਰ ਫਿਰ ਵੀ ਅਸੀਂ ਓਨਾ ਹੀ ਕਰਦੇ ਹਾਂ ਆਪਦੇ ਪੇਰੈਂਟਸ ਨੂੰ। ਡਿਸਿਪਲਿਨ ਵੀ ਹੈ, ਵਧੀਆ ਵੀ ਨਿਕਲ ਗਏ, ਮਾੜਾ ਵੀ ਨਹੀਂ ਕੁਛ ਹੋਇਆ। ਸੋ ਦੈਨ ਸਮਹਾਉ ਵੀ ਨਾਰਮਲਾਈਜ਼ਡ ਇਟ। ਅਸੀਂ ਉਹ ਚਪੇੜਾਂ ਜਿਹੜੀਆਂ ਸੀ ਉਹ ਐਕਸਪੈਕਟ ਵੀ ਕਰਦੇ ਸੀ ਵੀ ਇਹ ਹੋ ਸਕਦਾ, ਅਸੀਂ ਉਹਦੇ ਲਈ ਤਿਆਰ ਵੀ ਹੁੰਦੇ ਸੀ। ਕਈ ਵਾਰੀ ਤਾਂ ਖਾ ਕੇ ਇਹ ਲੱਗਦਾ ਸੀ ਵੀ ਕੁਛ ਤਾਂ ਕੀਤਾ ਹੀ ਹੋਣਾ ਗਲਤ, ਹੈ ਨਾ, ਵੀ ਕੁਛ ਤਾਂ ਗਲਤ ਜ਼ਰੂਰ ਕੀਤਾ ਹੋਣਾ। ਸੋ ਉਹ ਚੀਜ਼ਾਂ ਤੋਂ ਸਾਨੂੰ ਬਾਹਰ ਨਿਕਲਣਾ ਪੈਣਾ। ਦੁਨੀਆ ਚੇਂਜ ਹੋ ਗਈ, ਬੱਚੇ ਕੁਐਸਚਨ ਪੁੱਛਦੇ ਆ ਜੀ। ਵੀ ਕੈਨਟ ਜਸਟ ਕੀਪ ਪਾਸਿੰਗ ਦ ਸੇਮ ਬਿਹੇਵੀਅਰ, ਸੇਮ ਮੈਥਡਸ ਟੂ ਆਰ ਕਿਡਸ। ਜਿਹੜਾ ਜਨਰੇਸ਼ਨਲ ਟਰਾਮਾ ਸ਼ੁੱਡ ਐਂਡ ਵਿਦ ਅਸ। ਬਿਲਕੁਲ। ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ। ਬਹੁਤ ਕੰਮ ਦੀਆਂ ਗੱਲਾਂ ਨੇ ਇਹ, ਸਾਡੇ ਸਾਰਿਆਂ ਦੀ ਸਮੱਸਿਆ ਹੁੰਦੀ ਆ ਹਰੇਕ ਏਜ ਦੇ ਵਿੱਚ। ਜਦੋਂ ਸਾਡੇ ਛੋਟੇ ਬੱਚੇ ਆ, ਅਸੀਂ ਉਸ ਵੇਲੇ ਵੱਖਰੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ ਅਤੇ ਅਸੀਂ ਇੱਕ ਦੂਜੇ ਨਾਲ ਇਹ ਗੱਲਾਂ ਕਰਦੇ ਹਾਂ ਕਿ ਕਦੋਂ ਇਹ ਵੱਡੇ ਹੋਣਗੇ, ਕਦੋਂ ਵੱਡੇ ਹੋਣਗੇ। ਅਤੇ ਬਾਅਦ ਦੇ ਵਿੱਚ ਥੋੜ੍ਹੇ ਜਿਹੇ ਉਹ ਵੱਡੇ ਹੁੰਦੇ ਆ, ਉਸ ਤੋਂ ਬਾਅਦ ਸਾਡੀ ਗੱਲਾਂ ਦਾ ਜਿਹੜਾ ਵਿਸ਼ਾ ਇਹ ਬਣ ਜਾਂਦਾ ਕਿ ਅਸੀਂ ਸੋਚਦੇ ਸੀ ਕਿ ਹੁਣ ਇਹ ਵੱਡੇ ਹੋ ਗਏ ਆ, ਹੁਣ ਸਾਨੂੰ ਥੋੜ੍ਹੀ ਜਿਹੀ ਰਾਹਤ ਹੋ ਗਈ, ਇਹ ਤਾਂ ਹੋਰ ਵੀ ਕੰਮ ਚੈਲੰਜਿੰਗ ਹੋ ਗਿਆ। ਨੋ ਡਾਊਟ ਪੇਰੈਂਟਿੰਗ ਇਸ ਯੁੱਗ ਦੇ ਵਿੱਚ ਚੈਲੰਜਿੰਗ ਤਾਂ ਹੈਗੀ ਆ, ਪਰ ਇਹ ਤਾਂ ਨਹੀਂ ਹੋ ਸਕਦਾ ਕਿ ਅਸੀਂ ਆਪਣੀਆਂ ਡਿਊਟੀਜ਼ ਚੰਗੀ ਤਰ੍ਹਾਂ ਨਿਭਾ ਨਹੀਂ ਸਕਦੇ ਜਾਂ ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਨਾ ਰਹੇ। ਉਹ ਵਿਸ਼ਵਾਸ ਬਣਾਇਆ ਰੱਖਣ ਦੇ ਲਈ ਟੂਲਸ ਦੀ ਹੀ ਅੱਜ ਗੱਲ ਕਰ ਰਹੇ ਹਾਂ ਕਿ ਇਸ ਜ਼ਮਾਨੇ ਦੇ ਵਿੱਚ, ਇਸ ਯੁੱਗ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਇਕਵਿਪ ਕਰਨਾ ਹੀ ਪੈਣਾ ਹੈ। ਸਰਜਨ ਖੋਸਾ, ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਅਸੀਂ ਜਨਰੇਸ਼ਨਲ ਟਰਾਮਾ ਜਿਹੜਾ ਉਹਨੂੰ ਪਾਸ ਔਨ ਕਰ ਰਹੇ ਹਾਂ, ਉਹਨੂੰ ਜੇ ਥੋੜ੍ਹਾ ਹੋਰ ਡਿਸਕ੍ਰਾਈਬ ਕਰ ਸਕੋ। ਦੇਖੋ, ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਨੋਰਮਲਾਈਜ਼ ਕਰਤਾ ਵੀ ਜਿਵੇਂ ਆਪਾਂ ਪਿਛਲੇ ਹਿੱਸੇ 'ਚ ਹੱਸ ਕੇ ਗੱਲ ਕਰ ਰਹੇ ਸੀ ਵੀ ਸਕੂਲੋਂ ਵੀ ਪੈਣੀਆਂ ਤੇ ਘਰੇ ਆ ਕੇ ਵੀ ਪੈਣੀਆਂ, ਹਜੇ ਵੀ ਹਾਸਾ ਆ ਜਾਂਦਾ ਕਈ ਵਾਰੀ। ਸੋ ਵੀ ਹੈਵ ਨੋਰਮਲਾਈਜ਼ਡ ਇਟ। ਪਰ ਇੱਥੋਂ ਦੇ ਬੱਚਿਆਂ ਵਾਸਤੇ ਚੀਜ਼ਾਂ ਨਵੀਆਂ। ਫਿਰ ਘਰ ਦੇ ਵਿੱਚ ਤੁਸੀਂ, ਸੋ ਦੈਟਸ ਵਨ ਐਸਪੈਕਟ ਆਫ ਇਟ ਜੀ, ਕਿ ਜਿਹੜੀ ਚੀਜ਼ ਸਾਨੂੰ ਲੱਗਦੀ ਹੈ ਵੀ ਲੈ ਇੱਕ ਚਪੇੜੀ ਮਾਰਨੀ ਕਿੱਡਾ ਕੁ ਕੰਮ ਹੈ। ਐਨ ਮੈਨੂੰ ਹੁਣ ਕਈ ਵਾਰੀ ਕਹਿ ਦਿੰਦੇ ਲੋਕ ਵੀ ਦੇਖੋ ਜੀ ਇੱਥੇ ਤਾਂ ਜਵਾਕ ਵਿਗੜਦੇ ਕਿਉਂਕਿ ਇੱਥੇ ਚਪੇੜਾਂ ਨਹੀਂ ਬਾਹਲੀਆਂ ਵੱਜਦੀਆਂ। ਸਹੀ ਹੈ। ਐਂਡ ਆਈ ਅੰਡਰਸਟੈਂਡ ਵੇਅਰ ਦੇ ਆਰ ਕਮਿੰਗ ਫਰੋਮ, ਕਿਉਂਕਿ ਉੱਥੇ ਕਰੈਕਟਿਵ ਮੈਜਰਸ ਇਹੀ ਹੁੰਦੇ ਸੀ ਵੀ ਕਲਾਸ ਤੋਂ ਬਾਹਰ ਖੜ੍ਹੇ ਹੋ ਜਾ, ਹੱਥ ਖੜ੍ਹੇ ਕਰਕੇ 45 ਮਿੰਟ, ਜਾਂ ਮੁਰਗਾ ਬਣਾ ਦਿਓ ਕਿਸੇ ਨੂੰ, ਜਾਂ ਘਰੇ ਆ ਕੇ ਕੁੱਟ ਪੈਣੀ ਜਾਂ ਟੀਚਰਸ ਤੋਂ ਕੁੱਟ ਪੈਣੀ। ਸੋ ਅਸੀਂ ਪਿਊਨਿਟਿਵ ਵੱਲ ਨੂੰ ਤੁਰ ਪੈਂਦੇ ਹਾਂ ਜੀ ਕਰਨ ਨੂੰ। ਕਰੈਕਟਿਵ ਜਿਹੜਾ ਤੁਹਾਨੂੰ ਮੈਜਰਸ ਰੱਖਣੇ ਪੈਣੇ ਘਰੇ, ਬਿਕਾਜ਼ ਦੈਟਸ ਅਲਟੀਮੇਟਲੀ ਯੋਰ ਜੋਬ ਐਜ਼ ਅ ਪੇਰੈਂਟ। ਇਹ ਥੋੜ੍ਹਾ ਵੀ ਤੁਸੀਂ ਉਹਨਾਂ ਨਾਲ ਸਿਰਫ ਉਹਨਾਂ ਫਰੈਂਡ ਬਣ ਕੇ ਰਹਿਣਾ। ਯੋਰ ਜੋਬ ਇਜ਼ ਟੂ ਰੇਜ਼ ਹੈਪੀ ਹੈਲਥੀ ਕਿਡਸ, ਰਿਸਪੌਂਸਿਬਲ ਕਿਡਸ, ਕਿਉਂਕਿ ਉਹ ਬੱਚੇ ਆ, ਦੇ ਆਰ ਨਾਟ ਗੋਇੰਗ ਟੂ ਆਲਵੇਜ਼ ਮੇਕ ਪਰਫੈਕਟ ਡਿਸੀਜਨਸ। ਸੋ ਉੱਥੇ ਜਿਹੜਾ ਰੋਲ ਤੁਹਾਡਾ ਸਵਿਚ ਜਿਹੜਾ ਕਰਨਾ ਹੈਗਾ ਉਹ ਜ਼ਰੂਰੀ ਹੈ ਐਜ਼ ਅ ਪੇਰੈਂਟ। ਐਂਡ ਉਹ ਕਈ ਵਾਰੀ ਬੱਚਿਆਂ ਨੂੰ ਹੈਰਾਨੀਜਨਕ ਲੱਗਦਾ ਵੀ ਹੀ ਵਾਜ਼ ਟੂ ਫਰੈਂਡਲੀ ਵਿਦ ਮੀ ਐਂਡ ਨਾਓ ਆਲ ਆਫ ਅ ਸਡਨ ਪੇਰੈਂਟ ਕਿਵੇਂ ਬਣ ਗਿਆ। ਸੋ ਯੈਸ, ਵੀਆਰ ਲਿਵਿੰਗ ਇਨ ਡਿਫਰੈਂਟ ਟਾਈਮਸ ਐਂਡ ਇਟ ਇਜ਼ ਹਾਰਡ ਟੂ ਸਵਿਚ ਬੈਕ ਐਂਡ ਫੋਰਥ। ਪਰ ਜੋ ਪਹਿਲਾਂ ਹੀ ਤੁਸੀਂ ਗਰਾਊਂਡ ਰੂਲ ਘਰੇ ਸੈੱਟ ਕੀਤੇ ਹੋਣ ਜੀ, ਪਰ ਬਸ਼ਰਤੇ ਕਿ ਤੁਸੀਂ ਆਪਣੀ ਜ਼ਿੰਦਗੀ ਉਸ ਹਿਸਾਬ ਨਾਲ ਜਿਉਂ ਰਹੇ ਹੋ। ਜੇ ਮੈਂ ਪਹਿਲਾਂ ਵੀ ਓਪਨਲੀ ਕਿਹਾ ਸੀ ਵੀ ਜੇ ਤੁਸੀਂ ਘਰੇ ਆ ਕੇ ਕੁੰਡੇ ਵਾਲੀ ਬੋਤਲ ਖੋਲ੍ਹ ਕੇ ਘਰ ਵਾਲੀ ਨੂੰ ਗਾਲਾਂ ਕੱਢਣੀਆਂ ਤਾਂ ਡੋਂਟ ਐਕਸਪੈਕਟ ਯੂਰ ਕਿਡਸ ਟੂ ਰਿਸਪੈਕਟ ਯੂ। ਫਿਰ ਉਹਨਾਂ ਦੀ ਸੈਲਫ ਰਿਸਪੈਕਟ ਨੂੰ ਵੀ ਤੁਸੀਂ ਠੇਸ ਪਹੁੰਚਾ ਰਹੇ ਅਤੇ ਆਪਣੀ ਨੂੰ ਵੀ। ਸੋ ਇਸ ਸਿਚੁਏਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਆ, ਬਹੁਤੀ ਵਾਰੀ ਇਹ ਹੁੰਦਾ ਕਿ ਜਿਹੜੇ ਬੱਚੇ ਨੇ ਉਹ ਚੁੱਪ ਰਹਿੰਦੇ ਆ ਜਿਸ ਵੇਲੇ ਉਹ ਛੋਟੇ ਆ,
ਉਹ ਡਰੇ ਜਿਹੇ ਬੇਸ਼ੱਕ ਰਹਿੰਦੇ ਆ ਪਰ ਚੁੱਪ ਰਹਿੰਦੇ ਆ। ਜਿੱਦਾਂ ਜਿੱਦਾਂ ਉਹ ਵੱਡੇ ਹੋਣੇ ਸ਼ੁਰੂ ਹੋਏ ਆ ਉਹਨਾਂ ਨੇ ਆਪਣਾ ਆਪ ਐਕਸਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉੱਥੇ ਇੱਕ ਨਵੀਂ ਸਿਚੁਏਸ਼ਨ ਜਿਹੜੀ ਆ ਹੋਰ ਡੀਲ ਕਰਨ ਦੇ ਲਈ ਬਣ ਜਾਣੀ ਹੈਗੀ ਆ। ਇਜ਼ ਦੈਟ ਰਾਈਟ? ਇਹ ਹੁੰਦਾ ਜੀ, ਔਰ ਹੋਇਆ ਵੀ ਕਈ ਕੇਸਿਸ ਦੇ ਵਿੱਚ ਇੱਥੇ ਬੱਚੇ ਸ਼ੂਟਰ ਵੀ ਬਣੇ ਆ। I'm not saying this was the only factor, but this was a huge factor. ਜਿਹੜਾ ਉਹਨਾਂ ਦਾ ਵਾਇਲੈਂਟ ਬਿਹੇਵੀਅਰ ਹੋਣਾ, ਉਹਨਾਂ ਨੇ ਓਪਨਲੀ ਸ਼ੇਅਰ ਕੀਤਾ ਕਿ ਮੈਂ ਜਦੋਂ ਛੋਟਾ ਹੁੰਦਾ ਸੀ ਜਾਂ ਛੋਟੀ ਹੁੰਦੀ ਸੀ, ਮੇਰਾ ਬਾਪ ਮੇਰੀ ਮਾਂ ਨੂੰ ਕੁੱਟਦਾ ਹੁੰਦਾ ਸੀ। ਅੱਛਾ। ਤੇ ਉਹ ਬਾਰ-ਬਾਰ ਕੁੱਟ ਖਾਈ ਜਾਣੀ, ਉਹਨੇ ਪੁਲਿਸ ਨੇ ਘਰੇ ਆਉਣਾ ਨਹੀਂ, ਆਉਣਾ ਤਾਂ ਮਾਂ ਨੇ ਚਾਰਜ ਨਹੀਂ ਲਗਵਾਉਣੇ। ਇਟ ਕੰਟੀਨਿਊਡ ਫॉर ਅ ਵੈਰੀ ਲੌਂਗ ਟਾਈਮ। ਔਰ ਨੈਚੁਰਲੀ ਬੱਚੇ ਜਿਹੜੇ ਹੁੰਦੇ ਆ ਮਾਂ ਨਾਲ ਬਹੁਤ ਅਟੈਚ ਹੁੰਦੇ ਆ, ਪਿਓ ਨਾਲ ਵੀ ਹੋਣੇ ਚਾਹੀਦੇ ਆ, ਪਰ ਦੇ ਵਾਂਟ ਟੂ ਪ੍ਰੋਟੈਕਟ ਬਟ ਦੇ ਕੈਂਟ, ਕਿਉਂਕਿ ਛੋਟੇ ਹੁੰਦੇ ਆ। ਸੋ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਬੱਚਾ, ਫਿਰ ਉਹ ਜਿਹੜਾ ਬਿਹੇਵੀਅਰ ਬਾਹਰ ਨਿਕਲਦਾ, ਜਾਂ ਤਾਂ ਉਹ ਵਾਇਲੈਂਟ ਬਿਹੇਵੀਅਰ ਬਾਹਰ ਨਿਕਲੂਗਾ, ਜਾਂ ਉਹਦੇ 'ਚ ਨਮਨੈਸ ਜਿਹੜੀ ਆ ਜਾਂਦੀ ਹੈ ਕਿਸੇ ਚੀਜ਼ ਦੇ ਵਿੱਚ, ਵੀ ਉਹ ਆਪਣੇ ਆਪ ਨੂੰ, ਆਪਣੇ ਇਮੋਸ਼ਨਸ ਨੂੰ ਪ੍ਰੋਟੈਕਟ ਕਰਨ ਲਈ ਨਮ ਕਰ ਲੈਂਦੇ ਆ ਆਪਦੇ ਆਪ ਨੂੰ। ਅਤੇ ਦੈਨ ਓਨੈਸਟਲੀ ਦੋਜ਼ ਥਿੰਗਸ, ਹੁਣ ਜਿਵੇਂ ਕਈ ਨਾ ਗੱਲ ਕੀਤੀ ਹੈ ਕਿ ਹਾਊ ਕੁਡ ਯੂ ਸਟੈਬ ਸਮਵਨ ਔਰ ਸ਼ੂਟ ਸਮਵਨ ਐਟ ਸੱਚ ਅ ਯੰਗ ਏਜ। ਹਾਂਜੀ। ਉਹ ਕਹਿੰਦੇ ਸਾਨੂੰ ਫੀਲ ਹੀ ਨਹੀਂ ਹੁੰਦਾ। ਅੱਛਾ। ਕਿਉਂਕਿ ਉਹਨਾਂ ਨੇ ਉਹ ਬਲੌਕ ਹੀ ਕਰਤਾ ਆਪਣਾ ਜਿਹੜਾ ਸਿਸਟਮ ਸਾਰਾ ਸੀ। ਸੋ ਦੇ ਹੈਵ ਮੈਨੀਪੂਲੇਟਡ ਦੇਅਰ ਓਨ ਸਿਸਟਮ। ਐਕਚੁਅਲੀ ਤਾਂ ਡਿਫੈਂਸ ਮੈਕੈਨਿਜ਼ਮ ਹੀ ਸੀਗਾ ਉਹਨਾਂ ਦਾ, ਕਿਉਂਕਿ ਉਹਨਾਂ ਦੇ ਸਾਹਮਣੇ ਉਹ ਐਕਟੀਵਿਟੀ ਹੋਈ ਜਾ ਰਹੀ ਸੀ, ਬਾਰ-ਬਾਰ ਹੋਈ ਜਾ ਰਹੀ ਸੀ। ਇੱਕ ਟਾਈਮ ਇੱਦਾਂ ਦਾ ਆ ਗਿਆ ਕਿ ਉਹਨਾਂ ਨੇ ਮਹਿਸੂਸ ਕਰਨਾ ਹੀ ਬੰਦ ਕਰ ਦਿੱਤਾ, ਮਹਿਸੂਸ ਕਰਨਾ, ਆਪਣੇ ਆਪ ਨੂੰ ਮਾਸਕ ਕਰ ਲਿਆ। ਇਮੋਸ਼ਨਸ ਹਮੇਸ਼ਾ ਰਹਿੰਦੇ ਵਿੱਚ, ਬਲੌਕ ਕਰ ਲਿਆ, ਬਲੌਕ ਕਰ ਲੈਂਦੇ, ਉੱਤੇ ਕਵਰ ਪਾ ਲਿਆ, ਆਪਣੇ ਆਪ ਨੂੰ ਇਹ ਨੈਰੇਟਿਵ ਦੇਤਾ ਕਿ ਮੈਨੂੰ ਕੁਛ ਨਹੀਂ ਫੀਲ ਹੁੰਦਾ। ਅਤੇ ਸਗੋਂ ਇੱਕ ਆਪੋਜ਼ਿਟ ਇਮੇਜ ਪ੍ਰੋਜੈਕਟ ਕਰਨੀ ਸ਼ੁਰੂ ਕਰਤੀ ਕਿ ਮੈਂ ਤਾਂ ਬਹੁਤ ਵਾਇਲੈਂਟ ਹਾਂ, ਮੈਂ ਬਿਲਕੁਲ ਸੈਂਸਿਟਿਵ ਨਹੀਂ ਹੈਗਾ ਕਿਸੇ ਚੀਜ਼ ਬਾਰੇ, ਆਈ ਕੈਨ ਸ਼ੂਟ ਐਨੀਬਡੀ ਆਈ ਵਾਂਟ। ਸੋ ਉਹ ਚੀਜ਼ਾਂ ਵੀ ਸਾਹਮਣੇ ਆਈਆਂ। ਕਈ ਬੁਲੀ ਹੋਏ, ਸੋ ਘਰ 'ਤੇ ਆਪਾਂ ਟਿਕੀਏ। ਸੋ ਦੈਟਸ ਵਨ ਐਸਪੈਕਟ। ਔਰ ਇਹ ਦੋਨੇ ਧਿਰਾਂ ਨੂੰ, ਮੈਂ ਨਹੀਂ ਕਹਿੰਦਾ ਕਿ ਓਨਲੀ ਹਸਬੈਂਡਸ ਕਰਦੇ ਆ, ਕਈ ਘਰ ਵਾਲੀਆਂ ਵੀ ਘਰ ਵਾਲਿਆਂ ਨੂੰ ਗਾਲਾਂ ਕੱਢਦੀਆਂ। ਯੂ ਜਸਟ ਕੈਨ ਮੇਕ ਸ਼ੋਰ ਵੀ ਜਿਹੜਾ ਤੁਸੀਂ ਐਜ਼ ਐਡਲਟਸ ਮਾਡਲ ਕ੍ਰੀਏਟ ਕਰ ਰਹੇ ਘਰ ਦੇ ਵਿੱਚ, ਤੁਸੀਂ ਉਹਦੀ ਬਲੈਂਕ ਸਲੇਟ ਦੇ ਉੱਪਰ ਲਿਖ ਰਹੇ ਆ। ਚਲੋ ਜੇ ਗੈਂਗਸ ਦੀ ਗੱਲ 'ਚ ਆਪਾਂ ਪਾਸੇ ਵੀ ਆ ਜਾਈਏ, ਉਸ ਐਕਸਟ੍ਰੀਮ 'ਤੇ ਨਾ ਵੀ ਜਾਈਏ, ਇਹ ਬਿਹੇਵੀਅਰ ਤੁਹਾਡੇ ਬੱਚਿਆਂ ਦੇ ਰਿਲੇਸ਼ਨਸ਼ਿਪਸ 'ਤੇ ਫਰਕ ਪਾਊਗਾ। ਬਿਲਕੁਲ। ਉਹ ਆਪਣੇ ਪਾਰਟਨਰ ਦੇ ਵਿੱਚ ਕਿਹੋ ਜਿਹੀਆਂ ਚੀਜ਼ਾਂ ਦੇਖਣਗੇ, ਐਕਸਪੈਕਟ ਕਰਨਗੇ ਜਾਂ ਨੋਰਮਲਾਈਜ਼ ਕਰਨਗੇ ਜੀ। ਸੋ ਜੇ ਤੁਹਾਡੀ ਬੇਟੀ ਘਰੇ ਹੈਗੀ ਆ ਤੇ ਕੱਲ੍ਹ ਨੂੰ ਉਹਨੇ ਪਾਰਟਨਰ ਲੱਭਣਾ, ਸ਼ੀ ਵਿਲ ਲੁੱਕ ਸਮ ਐਸਪੈਕਟ ਆਫ ਹਰ ਫਾਦਰ ਕਿ ਉਹ ਕਿਸ ਤਰ੍ਹਾਂ ਦਾ ਬਿਹੇਵੀਅਰ ਪ੍ਰੋਜੈਕਟ ਕਰਦਾ ਸੀ ਘਰੇ। ਬਹੁਤ ਵਾਰੀ ਇਹ ਸਾਜਨ ਖੋਸਾ ਸੁਣਨ ਦੇ ਵਿੱਚ ਆਇਆ ਕਿ ਜਿਨ੍ਹਾਂ ਘਰਾਂ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਹੈਗੀ ਆ, ਡੋਮੈਸਟਿਕ ਵਾਇਲੈਂਸ ਦਾ ਵਰਤਾਰਾ ਰਹਿੰਦਾ ਹੈ ਜਾਂ ਇਸ ਤਰ੍ਹਾਂ ਦਾ ਨੈਗੇਟਿਵ ਮਾਹੌਲ ਹੈਗਾ, ਬੱਚੇ ਇੱਕਦਮ ਇਹ ਡਿਸਾਈਡ ਕਰ ਲੈਂਦੇ ਆ ਕਿ ਨਹੀਂ, ਅਸੀਂ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਜਾਣਾ ਹੀ ਨਹੀਂ। ਡਰ ਪੈਦਾ ਕਰਦਾ ਸੀ। ਹਾਂ। ਔਰ ਜੇ ਚਲੇ ਵੀ ਜਾਂਦੇ ਆ ਅਤੇ ਜੇ ਉਹਨਾਂ ਦਾ ਫਿਊਚਰ ਹਸਬੈਂਡ ਵੀ ਉਹੋ ਜਿਹਾ ਬਿਹੇਵੀਅਰ ਡਿਸਪਲੇ ਕਰੇ ਇਨ ਸਮ ਐਸਪੈਕਟਸ, ਉਹ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦੀਆਂ ਜਾਂ ਕਰ ਲੈਂਦੇ ਆ, ਕਿਉਂਕਿ ਉਹਨਾਂ ਨੇ ਉਹ ਚੀਜ਼ ਦੇਖ, ਅਗੇਨ ਕਮਿੰਗ ਬੈਕ ਟੂ ਨੋਰਮਲਾਈਜ਼ਿੰਗ ਇਟ। ਸੋ ਉਹ ਨੋਰਮਲਾਈਜ਼ ਕੀਤਾ ਹੁੰਦਾ ਕਿ ਹਾਂ ਸਾਡੇ ਘਰੇ ਵੀ ਇਹੀ ਕੁਛ ਹੁੰਦਾ ਸੀ। ਔਨ ਦਾ ਫਲਿਪ ਸਾਈਡ, ਕਈ ਵਾਰੀ ਉਹ ਬਿਲਕੁਲ ਵੀ ਉਸ ਤਰ੍ਹਾਂ ਦਾ ਬਿਹੇਵੀਅਰ ਦੁਬਾਰਾ ਨਹੀਂ ਚਾਹੁੰਦੀਆਂ। ਸੋ ਇਟ ਕੈਨ ਹੈਪਨ ਈਦਰ ਵੇ, ਪਰ ਯੂ ਕੈਨ ਸੀ ਹਾਊ ਇਟ ਕੰਟੀਨਿਊਜ਼। ਸੋ ਜੇ ਤੁਹਾਡਾ ਬੱਚਾ ਜਿਹੜਾ ਗਾਂਹ ਜਾ ਕੇ ਜਿਹੜੇ ਰਿਸ਼ਤੇ 'ਚ ਪੈਣਾ ਉਹਨੇ, ਉੱਥੇ ਵੀ ਇਹ ਨੋਰਮਲਾਈਜ਼ ਕਰ ਦੇਵੇ। ਸੋ ਐਕਸੈਪਟ ਦਿਸ ਬਿਹੇਵੀਅਰ ਐਜ਼ ਨੋਰਮਲ। ਜੋ ਉਹ ਬੱਚੇ ਰੇਜ਼ ਕਰਨਗੇ ਦੇ ਕਹਿਣਾ ਵੀ, ਸੋ ਦਿਸ ਇਜ਼ ਵਾਟ ਜਨਰੇਸ਼ਨਲ ਟਰਾਮਾ ਲੁਕਸ ਲਾਈਕ। ਅਸੀਂ ਗਾਂਹ ਦੀ ਗਾਂਹ ਉਹ ਚੀਜ਼ ਨੂੰ ਤੋਰੀ ਜਾਂਦੇ ਹਾਂ ਜੀ। ਸੋ ਇਹ ਜਿਹੜਾ ਜਨਰੇਸ਼ਨਲ ਟਰਾਮਾ ਸ਼ੁੱਡ ਐਂਡ ਮਸਟ ਸਟਾਪ ਵਿਦ ਅਸ। ਐਂਡ ਬਹੁਤ ਸਾਰਾ ਕੰਮ ਕਰਨਾ ਪੈਂਦਾ ਇਸ ਚੀਜ਼ 'ਤੇ। ਫਿਰ ਵੀ ਗਲਤੀਆਂ ਹੋਣਗੀਆਂ, ਪਰ ਅਲਟੀਮੇਟਲੀ ਕਿ ਹਰ ਗਲਤੀ ਤੋਂ ਬਾਅਦ ਆਪਣੇ ਆਪ ਨੂੰ ਇੰਟਰੋਸਪੈਕਟ ਜ਼ਰੂਰ ਕਰੋ ਬੈਠ ਕੇ ਵੀ ਮੈਂ ਇਹ ਕਿਉਂ ਕੀਤਾ। ਕਿ ਜਦੋਂ ਅਸੀਂ ਬੱਚੇ 'ਤੇ ਚੀਕਾਂ ਮਾਰਨ ਲੱਗ ਪੈਂਦੇ ਹਾਂ, ਥੱਪੜ ਮਾਰਦੇ ਹਾਂ, ਵਾਟ ਵੀ ਆਰ ਟੈਲਿੰਗ ਦੈਮ ਇਜ਼ ਵੀ ਅਸੀਂ, ਸਾਡਾ ਆਪਦੇ ਆਪ 'ਤੇ ਕੰਟਰੋਲ ਹੀ ਹੈ ਨਹੀਂ। ਨਾਓ ਵੀ ਹੈਵ ਗਿਵਨ ਦ ਟ੍ਰਿਗਰ, ਜਿਹੜਾ ਸਾਡਾ ਰਿਮੋਟ ਕੰਟਰੋਲ ਆ ਬੱਚੇ ਦੇ ਹੱਥ 'ਚ, ਕਿ ਦੇ ਹੈਵ ਦ ਰਿਮੋਟ ਕੰਟਰੋਲ ਟੂ ਆਰ ਬਿਹੇਵੀਅਰ। ਅਸੀਂ ਕਿਵੇਂ ਉਹਨੂੰ ਰਿਐਕਸ਼ਨ ਸਾਡਾ ਜਿਹੜਾ ਹੈਗਾ ਕਿਵੇਂ ਕਰਨਾ। ਉਹੀ ਜੇ ਕਾਮ ਐਂਡ ਕੰਪੋਜ਼ ਰਹਿ ਕੇ ਰਿਸਪੌਂਡ ਕਰੋ ਤੁਸੀਂ। ਹੈਲਥੀ ਬਾਊਂਡਰੀਜ਼ ਘਰੇ ਬਣਾਈਆਂ ਹੋਈਆਂ ਤੁਹਾਡੀਆਂ, ਤੁਸੀਂ ਉਹ ਬਿਹੇਵੀਅਰ ਘਰੇ ਦਿਖਾ ਨਹੀਂ ਰਹੇ। ਔਰ ਬੱਚਿਆਂ ਨੂੰ ਰਿਸਪੈਕਟ ਦੇ ਨਾਲ ਬੁਲਾਓ। ਜੇ ਗੱਲ ਵੀ ਮਨਾਉਣੀ ਆ, ਰਿਸਪੈਕਟ ਨਾਲ ਮਨਾਓ। ਡਿਸਿਪਲਿਨ ਵੀ ਕਰਨਾ, ਹੈਵ ਦੈਟ ਰਿਸਪੈਕਟ। ਨੈਵਰ ਕੁਐਸਚਨ ਦੇਅਰ ਇੰਟੈਗਰਿਟੀ, ਨੈਵਰ ਕੁਐਸਚਨ ਦੇਅਰ ਸੈਲਫ ਰਿਸਪੈਕਟ, ਕਿਉਂਕਿ ਉਹ ਚੀਜ਼ ਮੁੜ ਕੇ ਰਿਕਵਰ ਹੋਣਾ ਉਸ ਤੋਂ ਬਹੁਤ ਔਖਾ। ਬਿਲਕੁਲ। ਇਹ ਹੁਣ ਜਿਹੜੀਆਂ ਤੁਸੀਂ ਗੱਲਾਂ ਕਰਕੇ ਹਟੀਆਂ, ਦੇਖੋ ਹੁਣ ਜਿਹੜੇ ਪੇਰੈਂਟਸ ਦੇ ਦਰਮਿਆਨ ਕੋਈ ਇਹੋ ਜਿਹੀ ਗੱਲਬਾਤ ਹੈਗੀ ਆ, ਘਰ ਦੇ ਵਿੱਚ ਕੋਈ ਅਣਬਣਿਆ ਜਿਹਦਾ ਅਸਰ ਬੱਚੇ ਦੇ ਉੱਤੇ ਪੈ ਰਿਹਾ, ਬਹੁਤੀ ਵਾਰੀ ਦੋਨੇ ਪੇਰੈਂਟ ਇਸ ਗੱਲ ਦਾ ਦਾਅਵਾ ਕਰਦੇ ਹੁੰਦੇ ਆ ਕਿ ਅਸੀਂ ਤਾਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੇ ਹਾਂ, ਬੱਚਿਆਂ ਨੂੰ ਤਾਂ ਨਹੀਂ ਅਸੀਂ ਕਦੇ ਕੁਛ ਕਿਹਾ। ਜੋ ਹੈਗੀ ਸਾਡੀ ਆਪਸ ਦੇ ਵਿੱਚ ਗੱਲਬਾਤ ਆ। ਜੇ ਘਰ ਦੇ ਵਿੱਚ ਬਜ਼ੁਰਗ ਵੀ ਆ, ਜੇ ਕੋਈ ਉਹਨਾਂ ਦੇ ਨਾਲ ਵੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਖਿੱਚੋਤਾਣ ਚੱਲ ਰਹੀ ਹੈ, ਅਗੇਨ ਉਹ ਇਹੀ ਬਜ਼ੁਰਗ ਵੀ ਇਹੀ ਗੱਲ ਕਹਿਣਗੇ, ਮਾਪੇ ਵੀ ਦੋ ਹੀ ਧਿਰਾਂ ਇਹੀ ਗੱਲ ਕਹਿੰਦੀਆਂ ਕਿ
ਇਹ ਬੱਚੇ ਨੂੰ ਤਾਂ ਨਹੀਂ ਅਸੀਂ ਕੁਝ ਕਦੇ ਕਿਹਾ। ਜੇ ਕਦੇ ਬੱਚਾ ਆ ਕੇ ਵਿੱਚ ਇੰਟਰਵੀਨ ਵੀ ਕਰਨ ਦੀ ਕੋਸ਼ਿਸ਼ ਕਰਦਾ, ਜੇ ਬੱਚਾ ਥੋੜ੍ਹਾ ਵੱਡਾ ਹੋ ਗਿਆ, ਟੀਨਏਜਰ ਵੀ ਹੈਗਾ, ਅਸੀਂ ਉਸ ਬੱਚੇ ਨੂੰ ਚੁੱਪ ਕਰਾ ਕੇ ਬਿਠਾ ਦਿੰਦੇ ਹਾਂ ਕਿ ਤੈਨੂੰ ਤੇ ਕਿਸੇ ਨੇ ਕੁਝ ਨਹੀਂ ਕਿਹਾ, ਇਹ ਸਾਡਾ ਆਪਸੀ ਮਸਲਾ। ਪਰ ਉਹ ਜਿਸ ਚੀਜ਼ ਨੂੰ ਵਿਟਨੈਸ ਕਰ ਰਿਹਾ ਹੈ ਉਹਨੂੰ ਵੀ ਉਹ ਗ੍ਰਹਿਣ ਕਰ ਰਿਹਾ। ਤੁਸੀਂ ਐਕਚੁਅਲੀ ਤੁਸੀਂ ਕਰ ਰਹੇ ਬੱਚੇ ਨਾਲ, ਜਿਵੇਂ ਤੁਸੀਂ ਗੱਲ ਕਰ ਰਹੇ ਨਾ, ਪਰ ਅਸੀਂ ਡਿਨਾਇਲ 'ਚ ਹਾਂ ਫਿਰ। ਸਾਨੂੰ ਲੱਗਦਾ ਨਹੀਂ, ਕਿਉਂਕਿ ਵੀ ਆਰ ਇੰਗੇਜਡ ਇਨ ਸੱਚ ਅ ਹੀਟਡ ਡਿਬੇਟ ਕਨਵਰਸੇਸ਼ਨ ਵਿਦ ਅਦਰ ਪਰਸਨ। ਅਸੀਂ ਤਾਂ ਜਿੱਤਣ ਦੀ ਮੂਡ 'ਚ ਹੁੰਦੇ ਹਾਂ ਵੀ ਮੇਰੀ ਗੱਲ ਠੀਕ ਹੈ ਤੇਰੀ ਗੱਲ ਤੇ ਹੈ, ਜਾਂ ਓਵਰ ਪਾਵਰ ਕਰਨਾ ਕਿਸੇ ਚੀਜ਼ ਨੂੰ। ਹੁਣ ਆਪਾਂ ਮੂਵੀ ਦੇਖਦੇ ਹਾਂ ਟੈਲੀਵਿਜ਼ਨ ਦੇ ਵਿੱਚ, ਇਮੋਸ਼ਨਲ ਮੂਵੀ ਦੇਖ ਕੇ ਸਾਨੂੰ ਰੋਣਾ ਆ ਜਾਂਦਾ, ਕਈ ਵਾਰੀ ਹਾਸੇ ਵਾਲੀ ਦੇਖ ਕੇ ਹਾਸਾ ਆ ਜਾਂਦਾ। ਉਹ ਮੂਵੀ ਵਾਲੇ ਕੈਰੈਕਟਰ ਆ ਕੇ ਤੁਹਾਨੂੰ ਤਾਂ ਨਹੀਂ ਕੁਛ ਕਰ ਰਹੇ, the scene's playing in front of you and it's affecting your mood। ਜੇ ਸੈਡ ਆ ਸੈਡ ਹੋ ਰਹੇ ਆ, ਜੇ ਖੁਸ਼ੀ ਵਾਲਾ ਹਾਸੇ ਵਾਲੀ ਕੋਈ ਕਾਮੇਡੀ ਫਿਲਮ ਤੁਸੀਂ ਹੱਸ ਰਹੇ ਆ, ਸੋ ਇਟਸ ਅਗੇਨ ਸੇਮ ਸਿਨੈਰੀਓ। ਇਮੈਜਿਨ ਦੈਟ ਪਲੇਇੰਗ ਇਨ ਰੀਅਲ ਲਾਈਫ। ਜੇ ਤੁਸੀਂ ਬਹੁਤ ਕੋਈ ਵਾਇਲੈਂਟ ਕੋਈ ਚੀਜ਼ ਦੇਖ ਰਹੇ ਸਾਹਮਣੇ, ਕਿਸੇ 'ਤੇ ਤਸ਼ੱਦਦ ਹੁੰਦਾ ਦੇਖ ਰਹੇ ਆ, ਤੁਹਾਡੇ ਜਿਵੇਂ ਕਿ ਸਾਡਾ ਖੂਨ ਖੋਲਣ ਲੱਗ ਪੈਂਦਾ। ਸੋ ਇਮੈਜਿਨ ਜੇ 5 ਸਾਲ ਦਾ ਤੁਹਾਡਾ ਬੱਚਾ, ਤੁਸੀਂ ਆਪਦੀ ਵਾਈਫ ਨੂੰ ਕੁੱਟਮਾਰ ਕਰ ਰਹੇ ਹੋ ਉਹਦੇ ਸਾਹਮਣੇ, what are you trying to teach that kid? ਸੋ ਇਹ ਡਿਨਾਇਲ 'ਚੋਂ ਬਾਹਰ ਨਿਕਲਣਾ ਪੈਣਾ ਸਾਨੂੰ। ਸੋ ਇਹ ਜਿੰਨਾ ਮਰਜ਼ੀ ਕਹੀਏ ਵੀ ਕਿ ਅਸੀਂ ਬੱਚੇ 'ਤੇ ਤਾਂ ਹੱਥ ਨਹੀਂ ਚੱਕਿਆ, ਬੱਚਿਆਂ ਨੂੰ ਪੁੱਛ ਕੇ ਦੇਖੋ, ਅਸੀਂ ਕਦੇ ਬੱਚਿਆਂ ਨਾਲ ਕਦੇ ਨਹੀਂ ਇਸ ਤਰ੍ਹਾਂ ਕੀਤਾ, ਇਹ ਸਾਡਾ ਆਪਸੀ ਮਸਲਾ ਆ। ਨੋ, ਇਟਸ ਨਾਟ ਲਾਈਕ ਦੈਟ। ਇਹ ਫਿਰ ਅਸੀਂ ਆਪਣੀਆਂ ਅੱਖਾਂ 'ਤੇ ਪਰਦਾ ਪਾਇਆ ਹੋਇਆ, ਜਦੋਂ ਕਿ ਦੂਸਰੇ ਐਂਡ 'ਤੇ ਜੋ ਬੱਚੇ ਰਿਸੀਵ ਕਰ ਰਹੇ ਆ ਉਹੀ ਆ ਜੋ ਉਹਨਾਂ ਦੇ ਸਾਹਮਣੇ ਹੈਗਾ। ਮੈਂ ਐਕਚੁਅਲੀ ਇੱਕ ਬੱਚੇ ਨੂੰ ਦੇਖਿਆ ਜਿਹਨੇ ਆਪਣੀ ਲਾਈਫ ਗਵਾ ਲਈ ਗੈਂਗਸ ਦੇ ਵਿੱਚ, ਜਾਂ ਇੱਕ ਕ੍ਰਿਮੀਨਲ ਕਹਿ ਲਓ ਕਿ ਲਾਈਨ ਦੇ ਵਿੱਚ, ਅਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਖਿੱਚੋਤਾਣ ਸੀ, ਔਰ ਲਗਾਤਾਰ ਪਿਛਲੇ 9-10 ਸਾਲਾਂ ਤੋਂ ਕੁੱਟਮਾਰ ਚੱਲਦੀ ਆ ਰਹੀ ਸੀ। ਅਤੇ ਕਹਿ ਲਓ ਕਿ ਉਹ ਲੇਡੀ ਦੀ ਇਹ ਮਜਬੂਰੀ ਸੀ ਕਿ ਸ਼ੀ ਵਾਜ਼ ਡੂਇੰਗ ਦ ਬੈਸਟ ਸ਼ੀ ਕੁਡ, ਕਿ ਮੈਂ ਆਪਦਾ ਘਰ ਨਹੀਂ ਤੋੜਨਾ, ਜਾਂ ਉਹਨੇ ਟਰਾਈ ਵੀ ਕੀਤੀ, ਪਰ ਫਿਰ ਵੀ ਆਪਣੇ ਬੱਚਿਆਂ ਨੂੰ ਸੰਭਾਲਦੀ ਹੋਈ ਉਹਨੇ ਬੜਾ ਕੁਛ ਕੀਤਾ ਆਪਣੇ ਬੱਚਿਆਂ ਲਈ, ਪਰ ਅਲਟੀਮੇਟਲੀ ਬੱਚਾ ਉਹਦਾ ਗਵਾ ਲਿਆ। ਬਿਕਾਜ਼ ਜਦੋਂ ਉਹ ਇਸ ਏਜ 'ਤੇ ਹੋਇਆ ਕਿ ਮੈਂ ਨਹੀਂ ਇਹ ਦੇਖਣਾ ਚਾਹੁੰਦਾ ਹੁਣ, ਆਈ ਡੋਨਟ ਵਾਂਟ ਟੂ ਬੀ ਪਾਰਟ ਆਫ ਦਿਸ, ਹੀ ਲੈਫਟ। ਅਤੇ ਕਈ ਵਾਰੀ ਜਦੋਂ ਬੱਚਾ ਘਰੋਂ ਪੈਰ ਬਾਹਰ ਚੱਕਦਾ, ਅਤੇ ਜ਼ਰੂਰੀ ਨਹੀਂ ਕਿ ਚੰਗੇ ਆਨਸਰ ਹੀ ਉਹਨੂੰ ਲੈ ਕੇ ਜਾਣਗੇ ਕਿਤੇ। ਸੋ ਵੀ ਹੈਵ ਟੂ ਬੀ ਵੈਰੀ ਮਾਈਂਡਫੁਲ ਵੀ ਅਸੀਂ ਕੀ ਕਰਦੇ ਹਾਂ। ਅੱਛਾ, ਇਹ ਤਾਂ ਹੋ ਗਈ ਜਦੋਂ ਪੇਰੈਂਟਸ ਦੀ ਆਪਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਆ, ਆਪਾਂ ਇੱਕ ਆਸਪੈਕਟ ਇਹਨੂੰ ਟੱਚ ਕੀਤਾ। ਹੁਣ ਸਾਡੇ ਘਰਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ, ਬੜੇ ਇਹੋ ਜਿਹੇ ਇਸ਼ੂਜ਼ ਹੁੰਦੇ ਆ ਜਿਨ੍ਹਾਂ ਕਰਕੇ ਅਸੀਂ ਕਈ ਵਾਰ ਆਪਣੀਆਂ ਅੱਖਾਂ 'ਤੇ ਪਰਦਾ ਪਾ ਲੈਂਦੇ ਹਾਂ। ਜਿੱਥੇ ਜਿਹੜੀ ਫਿਜ਼ੀਕਲ, ਮੈਂਟਲ, ਇਮੋਸ਼ਨਲ ਜਾਂ ਸੈਕਸ਼ੂਅਲ ਅਬਿਊਜ਼ ਦੀ ਗੱਲ ਆਉਂਦੀ ਹੈਗੀ ਆ, ਅਸੀਂ ਕਈ ਵਾਰ ਪਛਾਣ ਹੀ ਨਹੀਂ ਸਕਦੇ ਹੁੰਦੇ ਕਿ ਸਾਡਾ ਬੱਚਾ ਇਸ ਚੀਜ਼ ਦੇ ਵਿੱਚੋਂ ਗੁਜ਼ਰ ਰਿਹਾ ਹੈ। ਫਿਜ਼ੀਕਲ ਦਾ ਤਾਂ ਫਿਰ ਤੁਹਾਨੂੰ ਮਾੜਾ ਮੋਟਾ ਪਤਾ ਲੱਗ ਜਾਊਗਾ, ਪਰ ਬਾਕੀ ਕਾਈਂਡ ਆਫ ਅਬਿਊਜ਼ ਜਿਹੜੀ ਕਿ ਹੋ ਸਕਦਾ ਬੱਚਾ ਬਾਹਰੋਂ ਲੈ ਕੇ ਆ ਰਿਹਾ ਹੈਗਾ, ਬੱਚਾ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਰਿਹਾ ਹੈਗਾ, ਤੁਹਾਡੇ ਘਰ ਦੇ ਵਿੱਚ ਆ ਕੇ ਕੋਈ ਬਾਹਰੋਂ ਪਰਸਨ ਰਹਿ ਰਿਹਾ ਹੈਗਾ, ਉਹ ਤੁਹਾਡੇ ਬੱਚੇ ਨਾਲ ਕਿਵੇਂ ਟਰੀਟ ਕਰ ਰਿਹਾ। ਆਪਾਂ ਨੂੰ ਪਤਾ ਕਿ ਪੂਨੀ ਸਿਸਟਰਸ ਦਾ ਕਿੱਡਾ ਵੱਡਾ ਕੇਸ ਹੋਇਆ ਸੀ, ਉਹਨੂੰ ਦੱਬਿਆ ਗਿਆ ਸੀ ਉਸ ਚੀਜ਼ ਨੂੰ। ਉਹ ਸਾਰੀ ਇੱਕ ਨਹੀਂ, ਦੋ ਨਹੀਂ, ਉਹ ਤਿੰਨੇ ਭੈਣਾਂ ਉਸ ਚੀਜ਼ ਦਾ ਸ਼ਿਕਾਰ ਹੋਈਆਂ ਸੀ। ਰੀਜ਼ਨ ਇਹੀ ਹੈ ਕਿ ਅਸੀਂ ਕਈ ਵਾਰ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਆਪਣੇ ਬੱਚਿਆਂ 'ਤੇ ਬਿਲੀਵ ਨਹੀਂ ਕਰਦੇ, ਜਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਸਾਡੇ ਬੱਚੇ ਦਾ ਕਸੂਰ ਹੋ ਸਕਦਾ ਆ। ਥੋੜ੍ਹਾ ਜਿਹਾ ਇਸ ਚੀਜ਼ 'ਤੇ ਚਾਨਣਾ ਜ਼ਰੂਰ ਪਾਓ। ਇੱਕ ਹੋਰ ਵੀ ਫੈਕਟਰ, ਜਿਹੜੀਆਂ ਤੁਸੀਂ ਗੱਲਾਂ ਕਹੀਆਂ ਇਹ ਸਾਰੀਆਂ ਸਹੀ ਹੈ, ਇੱਕ ਹੋਰ ਫੈਕਟਰ ਵੀ ਹੈਗਾ ਕਿ ਲੋਕੀ ਕੀ ਕਹਿਣਗੇ। ਕਿ ਅਸੀਂ ਜੇ ਸਾਨੂੰ ਪਤਾ ਵੀ ਲੱਗ ਜੇ ਨਾ ਵੀ ਇਹ ਹੋਇਆ, ਸਾਡੇ ਰਿਸ਼ਤੇਦਾਰ ਨੇ ਕੀਤਾ, ਅਸੀਂ ਉਹ ਗੱਲ ਨੂੰ ਦਾਬੀ ਦੇਣਾ ਚਾਹੁੰਦੇ ਕਿ ਦੇਖੋ ਜੀ ਸਾਡਾ ਨਾਮ ਖਰਾਬ ਹੋਊ, ਸਾਡੇ ਬੱਚੇ ਦਾ ਨਾਮ ਖਰਾਬ ਹੋਊਗਾ। ਵੀ ਹੈਵ ਟੂ ਓਪਨਲੀ ਟਾਕ ਅਬਾਊਟ ਥੀਸ ਥਿੰਗਸ, ਪਹਿਲਾਂ ਤਾਂ ਬੱਚਿਆਂ ਨਾਲ ਕਰੇ। ਔਰ ਮੈਂ ਇਹ ਗੱਲ ਬਿਲਕੁਲ ਹੀ ਮੰਨਣ ਨੂੰ ਤਿਆਰ ਨਹੀਂ ਵੀ ਸਾਨੂੰ ਪਤਾ ਨਹੀਂ ਲੱਗਦਾ। ਅੱਛਾ, ਲਾਈਕ ਦੈਟਸ ਨਾਟ ਪੋਸੀਬਲ। ਮਾਂ ਪਿਓ ਦਾ ਰਿਸ਼ਤਾ ਬੱਚੇ ਨਾਲ ਬਹੁਤ ਡੂੰਘਾ ਹੁੰਦਾ। ਸੋ ਜੇ ਪਰ ਬਸ਼ਰਤੇ ਕਿ ਤੁਹਾਡੀ ਉਹ ਕਨੈਕਟੀਵਿਟੀ ਘਰੇ ਪਹਿਲੇ ਦਿਨ ਤੋਂ ਰਹੀ ਹੋਵੇ ਬੱਚੇ ਨਾਲ, ਜਦੋਂ ਮੂੰਹ ਵੀ ਉਤਰਦਾ ਨਾ ਬੱਚੇ ਦਾ, ਯੂ ਕੈਨ ਟੈਲ ਬਿਕੋਜ਼ ਸਮਥਿੰਗ ਇਜ਼ ਗੋਇੰਗ ਔਨ। ਪਰ ਜੇ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡਾ ਬੱਚਾ ਕਿਹੜੀ ਕਲਾਸ 'ਚ ਪੜ੍ਹਦਾ, ਫਿਰ ਗੁੱਡ ਲੱਕ ਵਿਦ ਗੈਟਿੰਗ ਟੂ ਨੋ ਵੀ ਕੀ ਹੋ ਰਿਹਾ ਉਹਦੀ ਲਾਈਫ ਦੇ ਵਿੱਚ। ਅਦਰਵਾਈਜ਼ ਡੇ ਟੂ ਡੇ ਬੇਸਿਸ ਤੁਹਾਡੀਆਂ ਕਨਵਰਸੇਸ਼ਨਸ ਹੁੰਦੀਆਂ, ਤੁਹਾਨੂੰ ਉਹਦੀ ਬੇਸ ਲਾਈਨ ਪਤਾ ਬੱਚੇ ਦੀ। ਐਂਡ ਆਲ ਕਿਡਸ ਗੋ ਥਰੂ ਟੀਨਏਜ ਈਅਰਸ, ਵੀ ਜਿੱਥੇ ਜਾ ਕੇ ਉਹਨਾਂ ਦੀ ਇਮੋਸ਼ਨਲ ਰੋਲਰ ਕੋਸਟਰ ਥਰੂ ਨਿਕਲਣਾ ਹੁੰਦਾ। ਪਰ ਇਟਸ ਐਜ਼ ਪੇਰੈਂਟਸ ਯੂ ਨੀਡ ਟੂ ਕੈਚ ਦੈਟ ਅਰਲੀ, ਕਿ ਜੇ ਉਹ ਇਸ ਤਰ੍ਹਾਂ ਦਾ ਮੂਡ ਲੈ ਕੇ ਆ ਰਿਹਾ, ਕਿਵੇਂ ਗੱਲ ਕਰ ਰਿਹਾ, ਕਿਉਂ ਹੋ ਰਿਹਾ, ਐਂਡ ਓਪਨ ਦੈਟ ਕਨਵਰਸੇਸ਼ਨ। ਸਮਟਾਈਮਸ ਦੇ ਡੋਂਟ ਵਾਂਟ ਟੂ ਟਾਕ ਅਬਾਊਟ ਇਟ, ਕੀਪ ਫੈਸਿਲਿਟੇਟਿੰਗ ਦ ਸਪੇਸ ਫॉर them to come and talk। ਉਹ ਜ਼ਰੂਰੀ ਹੈ। ਅੱਛਾ, ਹੁਣ ਮੰਨ ਲਓ ਕਿ ਪੇਰੈਂਟਸ ਦੀ ਨੌਲੇਜ ਦੇ ਵਿੱਚ ਹੈ, ਪੇਰੈਂਟਸ ਦੀ ਉਹਦੇ ਵਿੱਚ ਕੋਈ ਗਲਤੀ ਨਹੀਂ ਸੀ, ਬੱਚਾ ਟਰਾਮਾ ਦਾ ਸ਼ਿਕਾਰ ਹੋ ਗਿਆ, ਉਹਨੂੰ ਸਮਝ ਲੱਗ ਗਈ ਇਸ ਚੀਜ਼ ਦੀ। ਇੱਕ ਆਪਸ਼ਨ ਤਾਂ ਇਹ ਹੋ ਗਈ ਕਿ ਚਲੋ ਜੋ ਹੋਇਆ ਸੋ ਹੋਇਆ, ਉਹਨੂੰ ਅਨਡਨ ਨਹੀਂ ਕੀਤਾ ਜਾ ਸਕਦਾ। ਨੋਰਮਲੀ ਸਾਡੇ ਘਰਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ, ਪਰ ਸਾਜਨ ਖੋਸਾ, ਸਾਡੇ ਘਰਾਂ ਦੇ ਵਿੱਚ ਇਸ ਚੀਜ਼ ਦਾ ਰਿਵਾਜ ਨਹੀਂ ਹੈ ਕਿ ਅਸੀਂ ਪ੍ਰੋਫੈਸ਼ਨਲ ਲੈਵਲ ਦੇ ਉੱਤੇ ਜਾ ਕੇ ਹੈਲਪ ਲੈ ਲਈਏ ਕਿ ਉਹ ਬੱਚਾ ਤੁਹਾਡਾ ਹੀਲ ਹੋ ਸਕੇ। ਇਹਦੇ ਬਾਰੇ ਕੀ ਕਹੋਗੇ?
ਦੇਖੋ ਪਹਿਲਾਂ ਤਾਂ ਘਰੋਂ ਹੀ ਸਟਾਰਟ ਕਰੋ ਟੂ ਸਪੋਰਟ ਯੂਰ ਕਿਡ, ਬਿਲੀਵ ਯੂਰ ਕਿਡ, ਹੈ ਨਾ। ਇੱਕ ਤਾਂ ਇਹ ਸਿਖਾਓ ਕਿ ਆਈ ਬਿਲੀਵ ਯੂ। ਕਈ ਵਾਰੀ ਮੇਰਾ ਕਹਿਣ ਦਾ ਮਤਲਬ ਇਹ ਕਿ ਸਾਨੂੰ ਇਹ ਨਹੀਂ ਸਮਝ ਲੱਗਦੀ ਹੁੰਦੀ ਕਿ ਆਪ ਵੀ ਉਸ ਸਿਚੁਏਸ਼ਨ ਨਾਲ ਅਸੀਂ ਡੀਲ ਕਿੱਦਾਂ ਕਰਨਾ ਹੈ। ਫਿਰ ਉੱਥੇ ਇੱਕ ਤਾਂ ਦੇਖੋ ਘਰੇ ਤੁਸੀਂ ਇੱਕ ਤਾਂ ਸੇਫ এনवायरमेंट ਕ੍ਰੀਏਟ ਕੀਤਾ। ਜੇ ਗਲਤੀ ਹੋਈ ਵੀ ਕਿਸੇ ਬੱਚੇ ਤੋਂ ਵੀ ਮੰਨ ਲਓ ਗਲਤੀ ਹੋਈ ਹੈ, ਯੂ ਗੋਟਾ ਗਿਵ them that comfort, ਸਪੋਰਟ ਰੋਲ ਦੇ ਵਿੱਚ ਆ ਕੇ ਨਾ, rather than punitive, again supportive, how do we correct this। ਤੇ ਫਿਰ ਜਿਹੜਾ ਪ੍ਰੋਫੈਸ਼ਨਲ ਹੈਲਪਲਾਈਨ 'ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਜਦੋਂ ਅਸੀਂ ਮੰਨਦੇ ਹੀ ਨਹੀਂ ਵੀ ਇਹ ਸਟ੍ਰੈਸ ਨੂੰ ਤਾਂ ਸਟ੍ਰੈਸ ਹੀ ਨਹੀਂ ਮੰਨਦੇ। ਹੁਣ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਜਾ ਕੇ ਸਟ੍ਰੈਸ ਨੂੰ ਕਹਿੰਦੇ ਡਰਾਮਾ, ਐਵੇਂ ਜੀ ਡਰਾਮਾ ਕਰਦਾ ਪਰਦੇ ਲਾ ਕੇ ਪਿਆ ਰਹਿੰਦਾ। and in some cases it ended really bad, really bad। so professional help ਲੈਣੀ ਚਾਹੀਦੀ। ਹੁਣ ਉਹਦੇ 'ਚ ਇੱਕ ਹੋਰ ਵੀ ਇੱਕ ਚੈਲੰਜ ਆਉਂਦਾ ਕਿ is there a culturally sensitive help out there। ਬਿਲਕੁਲ, ਇਹ ਵੀ ਇੱਕ ਲੋਕਾਂ ਨੂੰ ਇੱਕ ਹਰਡਲ ਮਹਿਸੂਸ ਹੁੰਦਾ ਕਈ ਵਾਰੀ ਵੀ ਕਿੱਥੇ ਜਾਈਏ ਅਸੀਂ ਹੈਲਪ ਲੈਣ। ਸੋ ਜਿੱਥੋਂ ਲੈ ਰਹੇ ਹਾਂ, ਡੂ ਦੇ ਅੰਡਰਸਟੈਂਡ ਅਸ। ਸੋ ਹੁਣ ਸੁੱਖ ਨਾਲ ਕਾਫੀ ਆਰਗੇਨਾਈਜੇਸ਼ਨਸ ਖੁੱਲ੍ਹੀਆਂ ਹੋਈਆਂ ਜਿਹੜੀਆਂ ਪੰਜਾਬੀ ਕਾਉਂਸਲਰਸ ਵੀ ਹੈਗੇ ਆ, ਦੇ ਅੰਡਰਸਟੈਂਡ ਆਰ ਕਲਚਰ, ਆਵਰ ਵੇ ਆਫ ਲਿਵਿੰਗ। ਸੋ ਘਰ ਦਾ ਡਾਇਨਾਮਿਕ ਕੀ ਹੁੰਦਾ। ਜੇ ਹੁਣ ਕਿਸੇ ਉਹੋ ਜਿਹੇ ਕੰਪਲੀਟਲੀ ਇਹੋ ਜਿਹੇ ਥੈਰੇਪਿਸਟ ਕੋਲ ਚਲੇ ਜਾਓ ਜਿਹਨੂੰ ਜੁਆਇੰਟ ਫੈਮਿਲੀ ਦਾ ਕਨਸੈਪਟ ਹੀ ਨਹੀਂ ਪਤਾ, ਸੋ ਦੈਨ ਇਟਸ ਵੈਰੀ ਹਾਰਡ ਫॉर दैट ਪਰਸਨ ਟੂ ਹੈਲਪ ਯੂ ਸਮਟਾਈਮਸ। ਸੋ ਉਹ ਵੀ ਇੱਕ ਜ਼ਰੂਰੀ ਹੈ ਕਿ ਤੁਸੀਂ ਕਿਹਦੇ ਕੋਲ ਜਾਣਾ, ਆਪਣਾ ਹੋਮਵਰਕ ਕਰੋ, ਰਿਸਰਚ ਕਰੋ, ਬਟ ਕਦ ਤੱਕ ਦ ਹੈਲਪ ਦੇ ਨੀਡ। ਜੇ ਨਹੀਂ ਕਰੋਗੇ ਤਾਂ ਉਹ ਜਿਹੜਾ ਛੋਟਾ ਜਿਹਾ ਫੋੜਾ ਉਹ ਵੱਧਦਾ ਨਸੂਰ ਬਣ ਜਾਂਦਾ ਬਹੁਤ ਜ਼ਿਆਦਾ। ਇਸ ਵੇਲੇ ਸਾਜਨ ਖੋਸਾ ਦੇ ਨਾਲ ਸਾਡੀ ਜਿਹੜੀ ਇਹ ਗੱਲਬਾਤ ਹੈ ਇਸੇ ਤਰ੍ਹਾਂ ਚੱਲਦੀ ਰਹੇਗੀ। ਮੇਰੇ ਕੋਲ 5 ਮਿੰਟ ਦਾ ਸਮਾਂ ਹੈ। ਜੇ ਸਾਡੇ ਲਿਸਨਰਸ ਗੱਲ ਕਰਨਾ ਚਾਹੁੰਦੇ ਨੇ 6042040600 ਤੇ ਹੁਣੇ ਤੁਸੀਂ ਕਾਲ ਕਰ ਸਕਦੇ ਹੋ 604-204-0600 ਤੇ। ਸਾਜਨ ਖੋਸਾ ਕੁਝ ਮਿੰਟਾਂ ਦੇ ਲਈ ਸਟੂਡੀਓ ਦੇ ਵਿੱਚ ਨੇ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਤੁਹਾਨੂੰ ਲੱਗਦਾ ਕਿ ਤੁਸੀਂ ਜ਼ਰੂਰੀ ਤੌਰ 'ਤੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੁਣੇ ਸ਼ਾਮਿਲ ਹੋ ਸਕਦੇ ਹੋ। ਮੈਂ ਸਾਜਨ ਖੋਸਾ ਕੁਝ ਗੱਲਾਂ ਹੋਰ ਜਿਹੜੀਆਂ ਆਪਾਂ ਜੇ ਇੱਕ ਸਾਈਕੋਲੋਜੀ ਦੇ ਐਂਗਲ ਤੋਂ ਦੇਖਦੇ ਹਾਂ, ਤੁਸੀਂ ਤਾਂ ਇਹ ਦੇਖਦੇ ਹੋ ਨਾ ਕਿ ਵੀ ਜੇ ਬੱਚੇ ਕ੍ਰਾਈਮ ਦੇ ਵਿੱਚ ਆ ਗਏ, ਉਹਨਾਂ ਦੇ ਨਾਲ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਕਿ ਬੈਕਗਰਾਊਂਡ ਦੇ ਵਿੱਚ ਕੀ ਹੋਇਆ ਹੋਊਗਾ, ਇਹ ਜ਼ਰੂਰ ਹੈ। ਪਰ ਬਹੁਤ ਸਾਰੀਆਂ ਜਿਹੜੀਆਂ ਮੈਂਟਲ ਡਿਸਆਰਡਰਸ ਹੋ ਰਹੇ ਆ ਬੱਚਿਆਂ ਨੂੰ, ਮਾਪਿਆਂ ਨੂੰ ਉਹਨਾਂ ਦੀ ਪਹਿਚਾਣ ਵੀ ਬਹੁਤ ਲੇਟ ਹੁੰਦੀ ਆ। ਫਿਰ ਅਸੀਂ ਉਹਨਾਂ 'ਤੇ ਵੀ ਪਰਦਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਉਹ ਵੀ ਬੱਚੇ ਦੇ ਲਈ ਟਰੋਮਾ ਹੀ ਹੈ ਇੱਕ ਤਰ੍ਹਾਂ ਦਾ। ਜੇ ਐਂਗਜ਼ਾਇਟੀ ਹੋ ਰਹੀ ਆ, ਡਿਪਰੈਸ਼ਨ ਹੋ ਰਿਹਾ ਆ, ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਹੈਗੇ ਕਿ ਵੀ ਇਹ ਵੀ ਗੱਲ ਕੀਤੇ ਜਾਣ ਦੀ ਜ਼ਰੂਰਤ ਹੈ। ਮੈਂ ਮੈਂਟਲ ਹੈਲਥ ਦੇ ਲਈ ਹਰ ਮਹੀਨੇ ਪ੍ਰੋਗਰਾਮ ਕਰਦੀ ਰਹੀ ਹਾਂ। ਡਾਕਟਰ ਬਾਬਰਾ ਰਾਣਾ ਉਹਨਾਂ ਦੇ ਨਾਲ ਦੁਬਾਰਾ ਸ਼ੁਰੂ ਕਰਾਂਗੇ ਛੇਤੀ ਹੀ। ਉਹਦੇ ਵਿੱਚ ਸਭ ਤੋਂ ਵੱਡੀ ਇਹੀ ਚੀਜ਼ ਹੈ ਕਿ ਅਸੀਂ ਇਹਨੂੰ ਇਹਨੂੰ ਪਰਦੇ ਹੇਠਾਂ ਰੱਖਣਾ ਚਾਹੁੰਦੇ ਹਾਂ ਅਤੇ ਬੱਚਾ ਅੰਦਰੋਂ ਅੰਦਰੀ ਖੁਰ ਰਿਹਾ ਹੁੰਦਾ। ਦੇਖੋ ਕਿਤੇ ਨਾ ਕਿਤੇ ਸਾਨੂੰ ਇਹ ਰਿਸਪੌਂਸਿਬਿਲਿਟੀ ਤਾਂ ਲੈਣੀ ਪੈਣੀ ਹੈ ਐਜ਼ ਪੇਰੈਂਟਸ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਪਤਾ ਨਹੀਂ ਜਾਂ ਨੌਲੇਜ ਨਹੀਂ ਹੋਊਗੀ, ਫਿਰ ਲੈ ਲਓ। ਮਾਹਰ ਬੈਠੇ ਆ, ਤੁਹਾਨੂੰ ਹੈਲਪ ਕਰਨ ਨੂੰ ਬੈਠੇ ਆ। ਹੁਣ ਤਾਂ ਗੂਗਲ ਨੇ ਸਾਰਾ ਕੰਮ ਬਹੁਤ ਸੌਖਾ ਕਰਤਾ ਜੀ। ਮਿਸ ਇਨਫੋਰਮੇਸ਼ਨ ਵੀ ਹੈਗੀ ਪਰ ਯੂ ਕੈਨ ਗੈਟ ਟੂ ਦ ਰਾਈਟ ਸਾਈਟਸ, ਜਿਹੜੀਆਂ ਅਫੀਸ਼ੀਅਲ ਸਾਈਟਸ ਹੈਗੀਆਂ। ਅਸੀਂ ਛੋਟੀ ਜਿਹੀ ਕੋਈ ਲੋਟ ਲੈਣੀ ਹੁੰਦੀ ਹੈ, ਘਰ ਲੈਣਾ ਹੁੰਦਾ, ਇਵਨ ਕਾਰ ਵੀ ਲੈਣੀ ਹੁੰਦੀ ਹੈ, ਅਸੀਂ ਉਹ 'ਤੇ ਰਿਸਰਚ ਕਰਦੇ ਹਾਂ, ਗੂਗਲ 'ਤੇ ਜਾਂਦੇ, ਸੇਲਸਮੈਨ ਨੂੰ ਪੁੱਛਦੇ ਹਾਂ ਫਲਾਨਾ, ਬਿਲਕੁਲ, ਕਿਉਂਕਿ ਅਸੀਂ ਇਨਵੈਸਟਮੈਂਟ ਕਰਨੀ ਨਾ ਉਹਦੇ 'ਚ। ਸੋ ਵੀ ਵਾਂਟ ਮੇਕ ਸ਼ੋਰ ਵੀ ਜਿਹੜੀ ਹਾਰਡ ਅਰਨਡ ਸਾਡੀ ਮਨੀ ਹੈਗੀ ਆ ਇਹ ਸਹੀ ਥਾਂ 'ਤੇ ਲੱਗੇ ਜਾ ਕੇ ਜੀ। ਪਰ ਜਿਹੜੀ ਸਭ ਤੋਂ ਵੱਡੀ ਆਪਣੀ ਜਿਹੜੀ ਇੱਕ ਆਪਣਾ ਗਹਿਣਾ ਕਹਿ ਲਓ ਬੱਚੇ ਜੀ, ਉਹਨਾਂ 'ਤੇ ਕਿਉਂ ਨਹੀਂ ਅਸੀਂ ਕਰ ਸਕਦੇ ਰਿਸਰਚ? ਵਾਈ ਡੋਂਟ ਵੀ ਐਜੂਕੇਟ ਆਵਰਸੈਲਵਸ ਵੀ ਮੈਰੀਜੂਆਨਾ ਕਿਵੇਂ ਲੱਗਦਾ, ਕੋਕੇਨ ਕਿਹੋ ਜਿਹੀ ਲੱਗਦੀ ਆ, ਕਿਸ ਤਰ੍ਹਾਂ ਦੇ ਇਹਦੇ ਅਰਲੀ ਇੰਡੀਕੇਸ਼ਨਸ ਕੀ ਹੈਗੇ ਆ, ਅਤੇ ਜੇ ਸਟਰੈਸ ਹੁੰਦਾ ਕਿਹੋ ਜਿਹਾ ਹੁੰਦਾ, ਐਂਗਜ਼ਾਇਟੀ ਦੇ ਕੀ ਸਾਈਨਸ ਹੈਗੇ ਆ। ਜਦੋਂ ਐਂਗਜ਼ਾਇਟੀ ਬੱਚੇ ਨੂੰ ਹੋ ਜਾਂਦੀ ਉਦੋਂ ਕਿਸ ਤਰ੍ਹਾਂ ਦੇ ਸਾਈਨ ਡਿਸਪਲੇ ਕਰਦਾ, ਉਹਦੀ ਕਿੱਥੋਂ ਹੈਲਪ ਮਿਲ ਸਕਦੀ। ਦੀਜ਼ ਆਰ ਦਾ ਥਿੰਗਸ ਤੁਸੀਂ ਸ਼ੋਅ ਕਰਦੇ, ਬਹੁਤ ਤੁਹਾਡਾ ਧੰਨਵਾਦ। ਪਰ ਕਿਤੇ ਨਾ ਕਿਤੇ ਸੈਲਫ ਜਿਹੜੀ ਲਰਨਿੰਗ ਵੀ ਸਾਨੂੰ ਅਡੋਪਟ ਕਰਨੀ ਪਊਗੀ। ਹੁਣ ਯੂ ਕੈਨ ਨਾਟ ਬੀ ਐਵਰੀਵੇਅਰ, ਆਈ ਕੈਨ ਨਾਟ ਬੀ ਐਵਰੀਵੇਅਰ। ਸੋ ਆਪਾਂ ਤਾਂ ਜ਼ੋਰ ਲਾਉਂਦੇ ਰਹਿਣਾ, ਮੌਕਾ ਦਿੰਦੇ ਰਹਿਣਾ ਜਾਗਣ ਦਾ। ਪਰ ਇਹ ਜਾਗਣ ਦਾ ਇੱਕ ਭਾਵ ਇਹ ਵੀ ਹੈ ਕਿ ਤੁਸੀਂ ਆਪ ਵੀ ਕਿਤਾਬਾਂ ਚੱਕ ਕੇ ਪੜ੍ਹੋ, ਪੰਜਾਬੀ ਦਾ ਲਿਟਰੇਚਰ, ਇੰਗਲਿਸ਼, ਜਿਹੜੀ ਵੀ ਲੈਂਗੁਏਜ ਤੁਸੀਂ ਪੜ੍ਹਦੇ ਹੋ। ਈਵਨ ਇੰਟਰਨੈਟ 'ਤੇ ਬਹੁਤ ਕੁਝ ਪਿਆ, ਐਬਸੋਲੂਟਲੀ ਸਾਰਾ ਕੁਝ ਹੀ ਪਿਆ, ਐਵਰੀਥਿੰਗ ਇਜ਼ ਦੇਅਰ ਇਨ ਡਿਫਰੈਂਟ ਲੈਂਗੁਏਜਿਸ। ਪਰ ਸਾਡੇ 'ਚੋਂ ਸਿੱਖਣ ਦੀ ਭੁੱਖ ਜ਼ਰੂਰੀ ਆ। ਆਪਾਂ ਇੱਕ ਲਿਸਨਰ ਨੇ ਸਾਡੇ ਗੁਰਦੀਪ ਸਿੰਘ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਗੁਰਦੀਪ ਜੀ, ਸਵਾਗਤ ਹੈ ਤੁਹਾਡਾ। ਮੈਂ ਜੀ ਤੁਹਾਡਾ ਤਾਂ ਭਾਜੀ ਹੁਣਾਂ ਦਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਭਾਜੀ ਜਿਹੜਾ ਤੁਸੀਂ ਗੱਲਬਾਤ ਕਰ ਰਹੇ ਆ ਨਾ ਭਾਜੀ ਹੁਣਾਂ ਦੀ ਵੀ ਬਹੁਤ ਵਧੀਆ ਗੱਲ ਵਾ, ਜਿਹਦੀ ਕਿ ਸਾਨੂੰ ਲੋੜ ਬਹੁਤ ਆ। ਸਾਨੂੰ ਤਾਂ ਉਦਾਂ ਹੀ ਚੱਕ ਕੇ ਵਿਆਹ ਦਿੱਤਾ, ਵਿਆਹ ਤੋਂ ਬਾਅਦ ਬੱਚਾ ਤਾਂ ਪੈਦਾ ਹੋ ਹੀ ਜਾਣਾ, ਸਾਨੂੰ ਪਤਾ ਥੋੜ੍ਹਾ ਉਹਨੂੰ ਪਾਲਣਾ ਕਿੱਦਾਂ ਆ। ਜਿੱਦਾਂ ਇਹਨਾਂ ਨੇ ਕਿਹਾ ਅਸੀਂ ਪਲਾਟ ਲੈਣ ਲੱਗਦੇ ਸੀ, 100 ਨੂੰ ਪੁੱਛਦੇ ਹਾਂ ਆਹ ਕਿੱਦਾਂ ਆਹ ਕਿੱਦਾਂ। ਇਹ ਤਾਂ ਸਾਡੀ ਮੇਨ ਹੈਗੀ ਆ ਪੂੰਜੀ। ਹੁਣ ਮੈਂ ਤੁਹਾਨੂੰ ਕੱਲ੍ਹ ਦੀ ਗੱਲ ਦੱਸਦਾ, ਜਿੱਦਾਂ ਇਹਨਾਂ ਨੇ ਕਿਹਾ, ਮੈਂ ਆਪਣੇ ਮੁੰਡੇ ਨੂੰ ਸਿਖਾਉਂਦਾ ਸੀ ਸਾਈਕਲ ਛੋਟਾ। ਮੈਂ ਕਿਹਾ ਜੇ ਤੂੰ ਡਿੱਗੂਗਾ ਮੈਂ ਤੈਨੂੰ ਫੜ ਲੈਣਾ। ਕਹਿੰਦਾ
ਤੂੰ ਮੇਰੇ ਸਰੀਰ ਦੀ ਥੋੜਾ ਪ੍ਰੋਟੈਕਸ਼ਨ ਕਰੇਗਾ, ਮੇਰਾ ਸੈਲਫ ਆ ਕਹਿੰਦਾ ਮੈਂ ਆਪਣੇ ਸਰੀਰ ਦੀ ਪ੍ਰੋਟੈਕਸ਼ਨ ਕਰਨੀ ਹੈ। ਮੈਨੂੰ ਪਤਾ ਮੇਰੇ ਗੋਡੇ ਤੇ ਸੱਟ ਲੱਗੀ, ਤੇਰਾ ਥੋੜਾ ਜਾਣਾ ਕੁਛ ਜੀ। ਮੈਂ ਕਿਹਾ ਜੇ ਮੈਂ ਇਹ ਇੰਡੀਆ ਗੱਲ ਕਰਦਾ ਤਾਂ ਮੇਰੇ 2 ਚਪੇੜਾਂ ਪੈਣੀਆਂ ਸੀ ਵੀ ਤੂੰ ਬਹੁਤ ਵੱਡਾ ਆ ਗਿਆ ਸੈਲਫ ਪ੍ਰੋਟੈਕਸ਼ਨ ਕਰਨ ਵਾਲਾ। ਹੁਣ ਉਹ ਬੱਚੇ, ਕਿਉਂਕਿ ਮੈਂ ਉਦੋਂ ਬਣ ਜਾਣਾ ਸੀ ਆਗਿਆਕਾਰੀ, ਹੁਣ ਬੱਚੇ ਹੈਗੇ ਆ ਖੁਦਦਾਰ। ਜੇ ਮੈਂ ਉਹਨੂੰ ਉੱਥੇ ਮੈਂ ਚੁੱਪ ਕਰ ਗਿਆ, ਮੈਂ ਹੁਣ ਇਹ ਦੇਖਣਾ ਚਾਹੁੰਦਾ ਸੀਗਾ ਵੀ ਭਾਜੀ ਹੁਣ ਇੱਥੇ ਹੁਣ ਉਹ ਤਾਂ ਮੇਰਾ ਚੁੱਪ ਕਰਨਾ ਹੀ ਠੀਕ ਸੀ ਵੀ ਹਾਂ ਵੀ ਜੋ ਤੂੰ ਕਹਿੰਦਾ ਠੀਕ ਆ। ਉੱਥੋਂ ਗਾਹਾਂ ਗੱਲ ਤੁਰਦੀ ਹੈ ਨਾ ਸਾਡੀ, ਅਸੀਂ ਕਹਿੰਦੇ ਆ ਸਾਡੇ ਸਾਰੇ ਬਲਬ ਸਾਨੂੰ ਹੀ ਪਤਾ ਸਾਰਾ, ਜਦੋਂ ਕਿ ਸਾਡੇ ਸਾਰੇ ਬਲਬ ਨਹੀਂ ਜਗਦੇ। ਸਾਨੂੰ ਇੱਕ ਤਾਂ ਬਲਬ ਆਪਣਾ ਡਿਮ ਕਰਕੇ ਰੱਖਣਾ ਚਾਹੀਦਾ ਤਾਂ ਕਿ ਸੂਰਜ ਦੀ ਰੋਸ਼ਨੀ ਵੀ ਅੰਦਰ ਆ ਸਕੇ। ਇਹ ਜਿਹੜਾ ਤੁਸੀਂ ਕੰਮ ਕਰ ਰਹੇ ਆ ਸਾਨੂੰ ਸਿੱਖਣ ਦੀ ਬਹੁਤ ਲੋੜ ਵਾ। ਹੁਣ ਮੈਨੂੰ ਨਹੀਂ ਪਤਾ ਹੈ ਮੈਂ ਗਾਹਾਂ ਕੀ ਉਹਨਾਂ ਗੱਲ ਕਰਾਂ, ਉਹ ਮੇਰਾ ਇਹ ਸਵਾਲ ਹੈ ਤੁਹਾਨੂੰ ਵੀ ਹੁਣ ਮੈਨੂੰ ਉਹਦਾ ਗਾਹਾਂ ਕਰਨਾ ਕੀ ਚਾਹੀਦਾ ਹੈ, ਮੈਂ ਇਹੀ ਪੁੱਛਣਾ ਚਾਹੁੰਦਾ ਸੀਗਾ ਜੀ। ਧੰਨਵਾਦ। ਬਹੁਤ ਵਧੀਆ ਐਗਜ਼ਾਮਪਲ ਹੈ ਔਰ ਇਹੋ ਜਿਹੀਆਂ ਕਾਲਾਂ ਲੈ ਕੇ ਬੜਾ ਚੰਗਾ ਲੱਗਦਾ ਹੈ ਕਿ ਜਦੋਂ ਆਪਾਂ ਆਪਣੀ ਐਗਜ਼ਾਮਪਲ ਦਿੰਦੇ ਕਿ ਕਿੱਥੇ ਅਸੀਂ ਸਹੀ ਕਰਦੇ ਕਿ ਇਹੀ ਸਿੱਖਣ ਦਾ ਇੱਕ ਮੇਨ ਗੱਲ ਹੈਗੀ ਹੈ ਜੀ। ਸੋ ਭਾਜੀ ਮੈਂ ਤਾਂ ਇਹੀ ਕਹੂੰਗਾ ਕਿ ਦੇਖੋ ਜਦੋਂ ਤੁਸੀਂ ਬਹੁਤ ਵਧੀਆ ਕੀਤਾ ਕਿ ਉਸ ਟਾਈਮ ਦੇ ਉੱਪਰ ਉਹਨੂੰ ਕਾਊਂਟਰ ਨਹੀਂ ਕੀਤਾ, ਕਿਉਂਕਿ ਫਿਰ ਜਦੋਂ ਆਪਾਂ ਕਾਊਂਟਰ ਕਰਦੇ ਹਾਂ ਕਿਸੇ ਨੂੰ ਅਗਲਾ ਡਿਫੈਂਸਿਵ ਹੋ ਜਾਂਦਾ, ਦੇ ਟੇਕ ਵਨ ਪੋਜੀਸ਼ਨ ਯੂ ਟੇਕ ਵਨ ਪੋਜੀਸ਼ਨ, ਤਾਂ ਕੌਨਫਲਿਕਟ ਪੈਦਾ ਹੋ ਜਾਂਦਾ। ਇਟਸ ਆਲਵੇਜ਼ ਗੁੱਡ ਟੂ ਵਿਦਡਰਾ ਪਰ ਇਟਸ ਆਲਵੇਜ਼ ਗੁੱਡ ਟੂ ਰੀਵਿਜ਼ਿਟ। ਸੋ ਜਦੋਂ ਵਧੀਆ ਮੂਡ 'ਚ ਤੁਹਾਡਾ ਬੱਚਾ ਹੋਵੇ, ਕਿਤੇ ਤੁਸੀਂ ਸਕੂਲ ਛੱਡਣ ਚੱਲੇ ਜਾਂ ਗੇਮ 'ਤੇ ਚੱਲੇ ਜਾਂ ਆਈਸਕ੍ਰੀਮ ਖਾਣ ਜਾ ਰਹੇ ਆ, ਉਦੋਂ ਉਹਦੇ ਨਾਲ ਪੇਰੈਂਟਿੰਗ ਦੀ ਗੱਲ ਸ਼ੁਰੂ ਕਰੋ ਕਿ ਐਜ਼ ਅ ਪੇਰੈਂਟ ਕੀ ਹੁੰਦਾ, ਹਾਊ ਡੂ ਵੀ ਫੀਲ ਅਬਾਊਟ ਆਰ ਕਿਡਸ। ਅਤੇ ਇੱਥੇ ਆ ਕੇ ਐਗਜ਼ਾਮਪਲ ਦਿਓ ਕਿ ਸਾਡਾ ਐਜ਼ ਪੇਰੈਂਟਸ ਇਹ ਮਤਲਬ ਹੁੰਦਾ ਕਿ ਵੀ ਮੇਕ ਸ਼ੋਰ ਵੀ ਆਰ ਹੇਅਰ ਟੂ ਸਪੋਰਟ ਯੂ। ਲਾਈਫ ਦੇ ਵਿੱਚ ਕਿਤੇ ਵੀ ਤੂੰ ਹਰਟ ਹੋਵੇਂ, ਇੱਕ ਦਰਵਾਜ਼ਾ ਤੇਰੇ ਲਈ ਹਮੇਸ਼ਾ ਖੁੱਲ੍ਹਿਆ ਰਹੂਗਾ, ਉਹ ਹੈਗਾ ਤੁਹਾਡੇ ਪੇਰੈਂਟਸ ਦਾ। ਦੈਟ ਡਜ਼ਨਟ ਮੀਨ ਕਿ ਉਹ ਬੱਚਾ ਕਾਬਲ ਨਹੀਂ ਹੈਗਾ ਆਪਣੀ ਸੱਟ ਤੋਂ ਉੱਠਣ ਨੂੰ, ਪਰ ਤੁਸੀਂ ਆਪਣਾ ਐਸਪੈਕਟ ਦਿਖਾਉਣਾ ਕਿ ਹਾਊ ਡੂ ਆਈ ਫੀਲ ਐਜ਼ ਅ ਪੇਰੈਂਟ, ਵੀ ਆਈ ਐਮ ਨਾਟ ਕੁਐਸਚਨਿੰਗ ਯੂਰ ਐਬਿਲਿਟੀ। ਬੱਚੇ ਨੂੰ ਇੱਕਦਮ ਲੱਗ ਗਿਆ ਨਾ ਕਿ ਇਹਦਾ ਕੀ ਮਤਲਬ ਵੀ ਮੈਂ ਡਿੱਗ ਜੂੰਗਾ, ਵੀ ਮੈਂ ਆਪਦਾ ਆਪ ਨਹੀਂ ਸੰਭਾਲ ਸਕਦਾ ਜਾਂ ਮੈਂ ਸੋ ਉਹਨੂੰ ਉਹਦੀ ਸੈਲਫ ਰਿਸਪੈਕਟ ਮੇਨਟੇਨ ਰੱਖੋ, ਪਰ ਆਪਣੇ ਜਿਹੜੇ ਸ਼ੇਅਰ ਕਰੋ ਕਿ ਐਜ਼ ਅ ਪੇਰੈਂਟ ਸਾਡੇ ਲਈ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਲਾਈਫ ਦੀ ਉਹ ਬੱਚਾ ਤੂੰ ਆ। ਸੋ ਜਦੋਂ ਤੈਨੂੰ ਸੱਟ ਲੱਗੂ ਨੈਚੁਰਲੀ ਵੀ ਵਿਲ ਫੀਲ ਹਰਟ ਇਮੋਸ਼ਨਲੀ। ਸੋ ਵੀ ਵਾਂਟ ਟੂ ਮੇਕ ਸ਼ੋਰ ਕਿ ਜਦੋਂ ਤੂੰ ਡਿੱਗਦਾ ਤੈਨੂੰ ਟਰਾਈ ਕਰੀਏ ਡਿੱਗਣ ਤੋਂ ਬਚਾਉਣ ਦੀ, ਪਰ ਜੇ ਤੂੰ ਡਿੱਗ ਵੀ ਪਿਆ ਮੇਕ ਸ਼ੋਰ ਯੂ ਕੈਨ ਕਾਊਂਟ ਔਨ ਵਨ ਪਰਸਨ। ਔਰ ਇਹ ਮੈਸੇਜ ਹਮੇਸ਼ਾ ਉਹ ਸਾਰੀ ਉਮਰ ਯਾਦ ਰੱਖੂਗਾ ਕਿਉਂਕਿ ਬੱਚਿਆਂ ਨੇ ਵੱਡੇ ਹੋਣਾ, ਦੇ ਗੋਨਾ ਗੋ ਥਰੂ ਬ੍ਰੇਕਅਪਸ, ਦੇ ਗੋਨਾ ਗੋ ਥਰੂ ਫੇਲੀਅਰਸ ਇਨ ਲਾਈਫ, ਪਰ ਦੇ ਸ਼ੁੱਡ ਨੋ ਵੀ ਕਿਹੜਾ ਬੰਦਾ ਹੈ ਇਨਸਾਨ ਉਹਨਾਂ ਦੀ ਲਾਈਫ 'ਚ ਜਿਹੜਾ ਹਮੇਸ਼ਾ ਸਪੋਰਟ ਕਰੂਗਾ ਉਹਨਾਂ ਨੂੰ। ਸੋ ਦੈਟਸ ਹਾਊ ਯੂ ਕਮ ਬੈਕ ਵਿਦ ਦੈਟ ਕਨਵਰਸੇਸ਼ਨ। ਅਤੇ ਕਈ ਵਾਰੀ ਇੱਕ ਕਨਵਰਸੇਸ਼ਨ 'ਚੋਂ ਸਾਨੂੰ ਵੀ ਹੋ ਸਾਰਾ ਕੁਝ ਸਿੱਖਣ ਨੂੰ ਮਿਲ ਜੇ, ਅਤੇ ਸਮਟਾਈਮਸ ਦੇ ਸਟਾਰਟ ਟੂ ਸੀ। ਜਦੋਂ ਆਪਾਂ ਉਂਗਲ ਕਰਦੇ ਨਾ ਕਿਸੇ ਵੱਲ, ਉਦੋਂ ਕਨਵਰਸੇਸ਼ਨ ਗਲਤ ਹੋ ਜਾਂਦੀ ਹੈ। ਜਦੋਂ ਅਸੀਂ ਕਰਦੇ ਕਿ ਦਿਸ ਇਜ਼ ਹਾਊ ਵੀ ਫੀਲ ਐਜ਼ ਪੇਰੈਂਟਸ, ਕਈ ਵਾਰੀ ਉਹ ਬੱਚਾ ਤੁਹਾਨੂੰ ਨਾ ਵੀ ਕੁਛ ਕਹੇ, ਦਿਮਾਗ 'ਚ ਉਹਦੇ ਬਹਿ ਜਾਣੀ ਵੀ ਹਾਂ ਦੈਟ ਮੇਕਸ ਸੈਂਸ। ਮੈਨੂੰ ਇਹਨਾਂ ਦੀ ਗੱਲ ਸੁਣ ਕੇ ਯਾਦ ਆ ਰਿਹਾ ਸੀ, ਸਾਡੇ ਬੱਚੇ ਜਦੋਂ ਛੋਟੇ ਸੀ, ਹੁਣ ਤਾਂ ਚਲੋ ਵੱਡੇ ਹੋ ਗਏ ਆ, ਉਹਨਾਂ ਨੂੰ ਮੈਂ ਐਕਸਰਸਾਈਜ਼ ਇੱਕ ਦਿੰਦੀ ਹੁੰਦੀ ਸੀ ਕਿ ਚਲੋ ਅੱਜ ਤੁਸੀਂ ਪੇਰੈਂਟ ਪਲੇ ਕਰੋ। ਉਹ ਇਹੋ ਜਿਹੀਆਂ ਐਕਟੀਵਿਟੀਜ਼ ਕਰਕੇ ਦੱਸਦੇ ਸੀ ਕਿ ਤੁਹਾਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਸੀ ਕਿ ਅਸੀਂ ਆਹ ਬਿਹੇਵੀਅਰ ਕਰ ਰਹੇ ਹਾਂ, ਅਸੀਂ ਆਹ ਗੱਲਾਂ ਕਰ ਰਹੇ ਹਾਂ। ਫਿਰ ਮੈਂ ਇੱਕ ਹੋਰ ਐਕਸਰਸਾਈਜ਼ ਉਹਨਾਂ ਨੂੰ ਦੇਣੀ ਸ਼ੁਰੂ ਕੀਤੀ ਕਿ ਅੱਛਾ ਪੇਰੈਂਟਸ ਕੋਲੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਵਧੀਆ ਡੈਡ ਕੀ ਹੁੰਦਾ ਅਤੇ ਵਧੀਆ ਮਦਰ ਕੀ ਹੁੰਦੀ ਹੈ। ਉਹਨਾਂ ਨੇ ਜਿਹੜੀਆਂ ਉਹ ਗੱਲਾਂ ਲਿਖਣੀਆਂ, ਅਤੇ ਕਈ ਵਾਰ ਸਾਨੂੰ ਤਾਂ ਕੌਨਸੈਪਟ ਹੀ ਨਹੀਂ ਸੀ ਪਤਾ ਕਿ ਉਹ ਕੀ ਸਾਡੇ ਕੋਲੋਂ ਐਕਸਪੈਕਟ ਕਰ ਰਹੇ ਹੈਗੇ ਆ। ਮੈਨੂੰ ਲੱਗਦਾ ਕਦੇ ਕਦਾਈ ਇਹੋ ਜਿਹੀ ਜਿਹੜੀ ਜੇ ਛੋਟੇ ਬੱਚੇ ਹੈਗੇ ਆ ਉਹਨਾਂ ਦੇ ਨਾਲ ਇੱਦਾਂ ਦੀ ਇੰਟਰੈਕਸ਼ਨ ਵੀ ਤੁਹਾਡਾ ਕਨੈਕਸ਼ਨ ਜਿਹੜਾ ਵਧਾਉਂਦੀ ਹੈ, ਕਿਉਂਕਿ ਤੁਸੀਂ ਉਸ ਐਂਡ ਤੋਂ ਸਮਝਦੇ ਹੋ ਕਿ ਇਹ ਤੁਹਾਨੂੰ ਕੀ ਦੇਖ ਰਹੇ ਹੈਗੇ ਆ। ਅਸੀਂ ਆਪਣੇ ਵੱਲੋਂ ਤਾਂ ਇੰਸ਼ੋਰੈਂਸ ਦਿੰਦੇ ਰਹਿੰਦੇ ਹਾਂ ਕਿ ਅਸੀਂ ਤੁਹਾਡਾ ਖਿਆਲ ਰੱਖਾਂਗੇ, ਅਸੀਂ ਸਾਡੀ ਗੋਦ ਜਿਹੜੀ ਤੁਹਾਡੇ ਲਈ ਹਮੇਸ਼ਾ ਸੁਰੱਖਿਅਤ ਥਾਂ ਰਹੂਗੀ, ਪਰ ਉਹਨਾਂ ਦਾ ਐਂਗਲ ਵੀ ਦੇਖ ਲੈਣਾ ਚਾਹੀਦਾ ਕਿ ਉਹ ਕੀ ਐਕਸਪੈਕਟ ਕਰ ਰਹੇ। ਐਂਡ ਪਰਸਨੈਲਿਟੀ ਟੂ, ਸਮ ਪੀਪਲ ਆਰ ਵੈਰੀ ਸੈਲਫ ਅਵੇਅਰ, ਸੈਲਫ ਮੇਡ, ਉਹਨਾਂ ਨੂੰ ਲੱਗਦਾ ਕਿ ਮੈਂ ਕਰਨਾ, ਅਤੇ ਉਸ ਟਾਈਮ 'ਤੇ ਆ ਕੇ ਪ੍ਰੋਟੈਕਟਰ ਬਣਨ ਦੀ ਬਜਾਏ ਸਪੋਰਟਰ ਕਿ ਆਈ ਐਮ ਹੇਅਰ ਟੂ ਸਪੋਰਟ ਯੂ, ਜੇ ਲੋੜ ਪਈ ਤਾਂ ਆਈ ਐਮ ਹੇਅਰ ਫॉर ਯੂ। ਸੋ ਆਈ ਵਾਂਟ ਟੂ ਆਲਵੇਜ਼ ਰਿਮੈਂਬਰ ਇਹ ਮੈਸੇਜ ਤੁਸੀਂ ਸਮੇਂ-ਸਮੇਂ ਸਿਰ ਦਿੰਦੇ ਰਹੋ। ਟਰਸਟ ਮੀ, ਲੋੜ ਤਾਂ ਪੈਂਦੀ ਹਰ ਇੱਕ ਬੱਚੇ ਨੂੰ, ਆਪਾਂ ਨੂੰ ਵੀ ਪੈਂਦੀ ਹੈ। ਸੋ ਆਪਾਂ ਕਿਹਦੇ ਕੋਲ ਜਾਣੇ, ਜੇ ਆਪਣੇ ਮੰਨ ਲਓ ਕੋਈ ਪ੍ਰੋਬਲਮ ਆਉਂਦੀ ਹੈ, ਕਿਤੇ ਘਰੇ ਆਉਂਦੀ ਹੈ, ਕੰਮ 'ਤੇ ਆਉਂਦੀ ਹੈ, ਫੋਨ ਲਿਸਟ ਤਾਂ ਸਾਡੇ 1000 ਹੁੰਦਾ ਨੰਬਰ, ਪਰ ਅਸੀਂ ਕਿੰਨਿਆਂ ਕੁ ਨੂੰ ਫੋਨ ਕਰਦੇ ਹਾਂ, ਉਹਨਾਂ ਨੂੰ ਕਰਦੇ ਜਿਹਨਾਂ ਨੂੰ ਪਤਾ ਕਿ ਇਹਨਾਂ ਨੇ ਸਾਡੀ ਗੱਲ ਸੁਣ ਲੈਣੀ, ਦਿਲ ਸਪੋਰਟ ਅਸ ਵਿਦਾਊਟ ਜੱਜਿੰਗ ਅਸ ਐਂਡ ਵਿਦਾਊਟ ਸ਼ੋਇੰਗ ਵੀ ਹਾਂ ਅਸੀਂ ਤੁਹਾਡੇ ਸੇਵੀਅਰ ਹਾਂ। ਸੋ ਕਈ ਵਾਰੀ ਬੜੇ ਸੌਫਟ ਤਰੀਕੇ ਨਾਲ ਵੀ ਇਹ ਮੈਸੇਜ ਜਿਹੜਾ ਭਾਈ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਕਿ ਵਿਦਡਰਾ ਐਂਡ ਦੈਨ ਕਮ ਬੈਕ ਟੂ ਦ ਕਨਵਰਸੇਸ਼ਨ। ਬਿਲਕੁਲ, ਆਪਣੇ ਕੋਲ 1 ਮਿੰਟ ਦਾ ਸਮਾਂ ਬਾਕੀ ਹੈ, ਹੋਰ ਕੁਝ ਕਹਿਣਾ ਚਾਹੋਗੇ ਅਖੀਰ 'ਚ? ਦੇਖੋ ਮੈਂ ਇੱਕ ਤਾਂ ਆਈ ਰੀਅਲੀ ਵਾਂਟ ਟੂ ਅਪਰੀਸ਼ੀਏਟ ਤੁਹਾਨੂੰ ਅਤੇ ਤੁਹਾਡੇ ਸਾਰੇ ਲਿਸਨਰਸ ਨੂੰ ਕਿ ਤੁਸੀਂ ਸਮੇਂ-ਸਮੇਂ ਸਿਰ ਡਿਫਰੈਂਟ ਟੌਪਿਕਸ 'ਤੇ ਅਵੇਅਰਨੈਸ ਦਿੰਦੇ ਰਹਿੰਦੇ ਆ। ਆਈ ਡੋਂਟ ਨੋ ਐਵਰੀਥਿੰਗ, ਮੈਂ ਵੀ ਰੋਜ਼ ਸਿੱਖਦਾ ਇੱਥੇ ਆ ਕੇ। ਸੋ ਲੈਟਸ ਕੰਟੀਨਿਊ ਦਿਸ ਡਾਇਲੋਗ,
ਡਿਫਰੈਂਟ ਟੌਪਿਕਸ ਤੇ ਆਪਣੀ ਕਮਿਊਨਿਟੀ 'ਚ ਅਵੇਅਰਨੈਸ ਕਰਦੇ ਰਹੀਏ ਜੀ ਪਰ ਆਈ ਹਾਈਲੀ ਇਨਕਰੇਜ ਲੋਕਾਂ ਨੂੰ, ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਕਿ ਇੱਕ ਸੈਲਫ ਲਰਨਿੰਗ ਦਾ ਇੱਕ ਜਿਹੜਾ ਮੈਥਡ ਅਡਾਪਟ ਕਰ ਲਓ, ਚਾਹੇ ਦਿਨ 'ਚ 15 ਮਿੰਟ ਹੀ ਕੱਢੋ। ਹੁਣ ਤਾਂ ਫ੍ਰੀ ਪੋਡਕਾਸਟ ਆ, ਕਾਰ 'ਚ ਜਾਂਦੇ ਆ ਗਾਣੇ ਸੁਣਨ ਦੀ, ਗਾਣੇ ਵੀ ਸੁਣੋ। ਮੈਂ ਹੁਣ ਮੇਰੇ ਮਗਰ ਰੇਡੀਓ ਵਾਲੇ ਨਾ ਪੈ ਜਾਣ ਵੀ ਸਾਡੇ ਗਾਣੇ ਬੰਦ, ਸੋ ਗਾਣੇ ਵੀ ਸੁਣੋ ਪਰ 15 ਮਿੰਟ ਕੱਢ ਕੇ ਤੁਸੀਂ ਜੇ ਕੋਈ ਪੋਡਕਾਸਟ ਜਾਂ ਕੁਛ ਇਹੋ ਜਿਹਾ ਕੁਛ ਸੁਣਨਾ ਹੈਗਾ ਤਾਂ ਇਟਸ ਗੁੱਡ ਟੂ ਗ੍ਰੈਬ ਦੈਟ ਨੌਲੇਜ। ਬਿਲਕੁਲ, ਆਡੀਓ ਬੁੱਕਸ ਵੀ ਆ ਗਈਆਂ ਹੁਣ ਤਾਂ, ਪੋਡਕਾਸਟ ਸੁਣਨੇ ਆ, YouTube ਤੇ ਬਹੁਤ ਵਧੀਆ ਵਧੀਆ ਐਜੂਕੇਸ਼ਨਲ ਵੀਡੀਓਜ਼ ਪਈਆਂ ਹੈਗੀਆਂ। ਇਸ ਜਾਣਕਾਰੀ ਦੇ ਲਈ ਤੇ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਥੈਂਕ ਯੂ। ਇਹ ਸਨ ਸਾਰਜਨ ਜੈ ਖੋਸਾ ਤੇ ਅੱਜ ਇਹਨਾਂ ਦੇ ਨਾਲ ਇੰਨੀ ਹੀ ਗੱਲਬਾਤ। ਤੇ ਤੁਸੀਂ ਕੋਈ ਫੀਡਬੈਕ ਦੇਣੀ ਹੋਵੇ ਮੈਨੂੰ navjot@sherpunjabradio.ca ਤੇ ਈਮੇਲ ਕਰ ਸਕਦੇ ਹੋ।